ਸਤਿ ਸ੍ਰੀ ਅਕਾਲ ਜੀ। ਮੈਂ ਜਸਪਾਲ ਸਿੰਘ ਤੇ ਸਵਾਗਤ ਹੈ ਸਾਰਿਆਂ ਦਾ ਬ੍ਰੇਨ ਔਨ ਟੀਵੀ ਤੇ। ਜਿਸ ਤਰ੍ਹਾਂ ਅਸੀਂ ਇੱਕ ਲੜੀ ਚਲਾਈ ਸੀ ਭਾਈ ਹਰਦੇਵ ਸਿੰਘ ਜੰਮੂ ਦੇ ਨਾਲ, ਉਹਦਾ ਪਿਛਲਾ ਇੱਕ ਪਹਿਲਾ ਐਪੀਸੋਡ ਕੀਤਾ ਸੀ ਕਿ ਭਾਈ ਰਣਜੀਤ ਸਿੰਘ ਹੁਣੀ ਜਾਂ ਉਹਨਾਂ ਦੇ ਜਿਹੜੇ ਸਮਰਥਕ ਨੇ ਹਰਨੇਕ ਸਿੰਘ ਨੇਕੀ ਹੁਣੀ ਤੇ ਉਹਨਾਂ ਦੇ ਸਾਰੇ ਟੀਮ ਮੈਂਬਰ ਨੇ, ਤਾਂ ਉਹ ਰੱਬ ਦੇ ਅਰਥ ਜਿਹੜੇ ਨੇ ਆਪਣੀ ਮਰਜ਼ੀ ਦੇ ਨਾਲ ਕਰ ਰਹੇ ਨੇ, ਜਿਹਦੇ ਉੱਪਰ ਭਾਈ ਹਰਦੇਵ ਸਿੰਘ ਹੁਣਾਂ ਨੇ ਕੁਝ ਗੁਰਮਤ ਦੇ ਅਨੁਸਾਰ ਇਤਰਾਜ਼ ਜਤਾਇਆ ਸੀ। ਤਾਂ ਉਹਦੇ ਸੰਬੰਧ ਚ ਕੁਝ ਉਹਨਾਂ ਦੇ ਸਮਰਥਕ ਵੀ ਗੱਲਬਾਤ ਕਰਨ ਲਈ ਆਏ ਸੀ, ਲੇਕਿਨ ਉਹ ਗੱਲਬਾਤ ਦੇ ਵਿੱਚ ਕਾਵਾਂ ਰੌਲੀ ਇੰਨੀ ਜ਼ਿਆਦਾ ਪੈ ਗਈ ਸੀ ਕਿ ਕੁਝ ਕਹਿ ਨਹੀਂ ਸਕਦੇ ਵੀ ਉਹਨੂੰ ਚਲਾਈਏ ਜਾਂ ਨਾ ਚਲਾਈਏ। ਇੱਕ ਦੁਬਤਾ ਸਾਡੇ ਚ ਵੀ ਬਣੀ ਹੋਈ ਆ ਕਿ ਇਸ ਤਰੀਕੇ ਦੀ ਜਿਹੜੀ ਡਿਬੇਟ ਸੀ ਉਹ ਨਹੀਂ ਸੀ ਹੋਣੀ ਚਾਹੀਦੀ, ਜਿਸ ਕਿਸਮ ਨਾਲ ਸਾਰਾ ਕੁਝ ਲੀਦ ਉਤਰਿਆ। ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਪੱਖ ਜਿਹੜਾ ਆਇਆ ਸੀ ਉਹ ਚਲਾ ਦਈਏ, ਸੰਗਤ ਦੇ ਸਾਹਮਣੇ ਗੱਲ ਆ ਜੇ ਤਾਂ ਉਹ ਇੱਕ ਅੱਧੇ ਦਿਨ ਚ ਉਹ ਰਿਲੀਜ਼ ਕਰ ਦਾਂਗੇ। ਪਰ ਅਸੀਂ ਆਪਣੀ ਜਿਹੜੀ ਗੱਲ ਹਰਦੇਵ ਸਿੰਘ ਉਹਨਾਂ ਨਾਲ ਕੰਟੀਨਿਊ ਚੱਲ ਰਹੀ ਸੀ ਉਹਨੂੰ ਸ਼ੁਰੂ ਕਰਦੇ ਹਾਂ। ਤਾਂ ਉਹਦੇ ਚ ਜਿਹੜਾ ਹਰਨੇਕ ਸਿੰਘ ਉਹਨਾਂ ਦੀ ਇੱਕ ਆਡੀਓ ਸੀ ਸਾਡੇ ਕੋਲ ਆਈ, ਉਹਨਾਂ ਨੇ ਆਪਣੇ ਚੈਨਲ ਤੇ ਪਾਈ ਸੀ, ਤਾਂ ਉਹਨੂੰ ਲੈ ਕੇ ਹੀ ਅਸੀਂ ਚਲਾ ਕੇ ਨਾਲ ਹਰਦੇਵ ਸਿੰਘ ਉਹਨਾਂ ਦਾ ਪੱਖ ਲੈ ਰਹੇ ਸੀ। ਤਾਂ ਉਹਦੇ ਚ ਹਰਦੇਵ ਜੀ, ਮੇਰਾ ਇੱਕ ਸਵਾਲ ਹੈ ਕਿ ਜਿਵੇਂ ਉਹ ਲਾਅ ਆਫ ਨੇਚਰ ਅਰਥ ਕਰਦੇ ਨੇ ਰੱਬ ਦੇ ਜਾਂ ਕੁਦਰਤ ਦੇ, ਵੀ ਲਾਅ ਆਫ ਨੇਚਰ ਹੈ ਸਾਰਾ ਕੁਝ, ਤਾਂ ਗੁਰਬਾਣੀ ਜਿਹੜੀ ਹੈ ਉਹ ਪ੍ਰਮਾਤਮਾ ਨੂੰ ਜਾਂ ਅਕਾਲ ਪੁਰਖ ਨੂੰ ਨਿਰਾਕਾਰ ਕਹਿੰਦੀ ਹੈ। ਤਾਂ ਇਸੇ ਤਰੀਕੇ ਨਾਲ ਹੁਣ ਜੇ ਉਹ ਇੱਕ ਪੱਖ ਰੱਖ ਰਹੇ ਨੇ ਕਿ ਲਾਅ ਆਫ ਨੇਚਰ ਹੈ, ਲਾਅ ਆਫ ਨੇਚਰ ਵੀ ਦਿਸਦਾ ਨਹੀਂ ਤੇ ਜਿਹੜਾ ਪ੍ਰਮਾਤਮਾ ਹੈ ਉਹਦਾ ਵੀ ਕੋਈ ਆਕਾਰ ਨਹੀਂ ਹੈਗਾ। ਲਾਅ ਆਫ ਨੇਚਰ ਨੂੰ ਸਿਰਫ ਇੰਪਲੀਮੈਂਟ ਕੀਤਾ ਜਾ ਸਕਦਾ ਹੈ, ਜ਼ਿੰਮੇਵਾਰੀ ਦੇ ਨਾਲ ਸਮਝਿਆ ਜਾ ਸਕਦਾ ਹੈ ਤੇ ਸਮਝਾਇਆ ਜਾ ਸਕਦਾ ਹੈ, ਇਹ ਵੀ ਇੱਕ ਰੱਬ ਹੈ। ਤਾਂ ਕਿਉਂ ਨਾ ਜਿਵੇਂ ਉਹ ਦਲੀਲ ਦੇ ਰਹੇ ਨੇ ਕਿ ਅਕਾਲ ਪੁਰਖ ਦੇ ਅਰਥ ਜਾਂ ਰੱਬ ਦੇ ਅਰਥ ਲਾਅ ਆਫ ਨੇਚਰ ਕਰਕੇ ਚੱਲਿਆ ਜਾਵੇ, ਤਾਂ ਇਹਦੇ ਨਾਲ ਤੁਸੀਂ ਕਿੰਨਾ ਕਿਸ ਹੱਦ ਤੱਕ ਸਹਿਮਤ ਹੋਵੋਗੇ? देखो जसपाल जी, सब तो पहला तो सारे दर्शकों को मेरी तरफों वाहिगुरू जी का खालसा वाहिगुरू जी की फतेह जी। गल ये है कि जिहड़ी लॉ ऑफ नेचर की गल हो रही है ना, पहली गल तो आपां ये समझ जाइए कि लॉ ऑफ नेचर की गल कोई ये बंदा कहे कि मैं अज कर रहा वां या मैं हुण कर रहा वां, ते ओह एक निहायत ही अनपढ़ता वाली गल। ठीक है जी। लॉ ऑफ नेचर की गल जिहड़ी है ये सदियां नहीं हजारां साल तो हो रही। ठीक है जी। लॉ ऑफ नेचर और लॉ ऑफ नेचर नु स्टोइक फिलोसफर्स ने भी किया कि ये परमात्मा है। ठीक है जी। और इवन की स्पिनोजा ने कहा कि लॉ ऑफ नेचर ही परमात्मा है। ठीक है जी। सो ये जिहड़ियां गल्लां कीतियां जा रही ना, ये उन्हां लोकां विच नवीं हो सकदियां जिहड़े कि जाहिल या अनपढ़। ठीक है जी। जिन्होंने कदे लॉ ऑफ नेचर नां दे गल ही नहीं सुनी अज तक जी। ठीक है ना, ते जिन्हां ने जिहड़ी थोड़ी बहुती समझण दी या सुनन दी या पढ़न दी जिन्हां कोल समर्था है, जिन्होंने पढ़िया उन्होंने पता लॉ ऑफ नेचर ते एक बहुत पुरानी टर्म है, बहुत पुरानी जी। ठीक है। हुण जिहले महाराज ने पानी च कहता कि नानक सच्चे की साची कार जी, ये कार की है? ये जो कार चल रही है, ये लॉ ऑफ नेचर जो चल रहा है, जो नेचर है जो चल रही है जी, इसे नु क्या महाराज ने जी, नानक जी, सच्चे की साची कार जी। ਇਹਦੇ ਵਿੱਚ ਕੋਈ ਬੋਤਲ ਵਿੱਚੋਂ ਨਵਾਂ ਜਿੰਨ ਤੇ ਕੱਢ ਨਹੀਂ ਲਿਆ ਉਹਨਾਂ ਨੇ ਜੀ, ਜਿਹੜਾ ਪਹਿਲਾਂ ਕਿਸੇ ਨੂੰ ਨਹੀਂ ਸੀ ਪਤਾ, ਹੁਣ ਪਤਾ ਚੱਲ ਗਿਆ। ਨਹੀਂ ਮਤਲਬ ਅਗਰ ਕੋਈ ਬੰਦਾ ਹੈ ਹੀ ਅਨਪੜ੍ਹ ਹੈ, ਅਨਪੜ੍ਹ ਹੈ, ਉਹਨੂੰ ਹੁਣ ਪਤਾ ਚੱਲਿਆ ਤੇ ਇਹਦੇ ਵਿੱਚ ਸਾਡਾ ਕੋਈ ਕਸੂਰ? ਮਤਲਬ ਰੱਬ ਨੂੰ ਲਾਅ ਆਫ ਨੇਚਰ ਕਿਹਾ ਜਾ ਸਕਦਾ ਹੈ? ਦੇਖੋ ਐਂਟਾਇਰ ਜਿਹੜੀ ਚੀਜ਼ ਹੈ, ਜਿਹੜਾ ਯੂਨੀਵਰਸ ਹੈ, ਇਹ ਜਦੋਂ ਹੋਂਦ ਵਿੱਚ ਆਇਆ ਉਦੋਂ, ਔਰ ਜਦੋਂ ਹੋਂਦ ਵਿੱਚ ਨਹੀਂ ਸੀ ਉਦੋਂ जी, और जो होंद विच नहीं रहेगा उदों जी। परमात्मा तो उदों भी है जी। उस समुचता दे विच जो कुछ भी है संसार दे विच, वो कोई भी शय परमात्मा दे कंट्रोल तो बाहर नहीं, उसदी गिरफ्त तो बाहर नहीं है जी। ये लॉ ऑफ नेचर भी जेड़ा भी परमात्मा दी गिरफ्त दे विच है जी। हुण परमात्मा ने संसार दी कार चलाई है, मैं गुरबाणी दे पॉइंट ऑफ व्यू नाल कह रहा जी कि गुरबाणी दे पॉइंट ऑफ व्यू नाल असीं ये कहता कि अपने कारज में आप समाया जी। ਇਹਦੇ ਵੈਸੇ ਕਿਸੇ ਵਿਆਕਰਣ ਦੀ ਲੋੜ ਨਹੀਂ ਹੈ, ਸਿੱਧਾ ਸਿੱਧਾ ਸਮਝ ਆ ਰਿਹਾ। ਜਿੱਦਾਂ ਮੈਂ ਤੇ ਤੁਸੀਂ ਗੱਲਾਂ ਕਰ ਰਹੇ ਆ, ਸਾਨੂੰ ਕੋਈ ਡਿਕਸ਼ਨਰੀ ਥੋੜੀ ਚਾਹੀਦੀ ਹੈ ਜੀ। ਤੁਸੀਂ ਕੀ ਕਹਿ ਰਹੇ ਹੋ ਤੇ ਮੈਂ ਕੀ ਕਹਿ ਰਿਹਾ ਜੀ, ਸਾਨੂੰ ਕੋਈ ਡਿਕਸ਼ਨਰੀ ਨਹੀਂ ਚਾਹੀਦੀ, ਸਾਨੂੰ ਸਹਿਜੇ ਹੀ ਗੱਲ ਇੱਕ ਦੂਜੇ ਦੀ ਸਮਝ ਆ ਰਹੀ ਹੈ, ਜਾਂ ਸਰੋਤੇ ਮੇਰੀ ਗੱਲ ਸੁਣ ਰਹੇ ਜਾਂ ਤੁਹਾਡਾ ਸਵਾਲ ਸੁਣ ਰਹੇ। ਇਸ ਤਰ੍ਹਾਂ ਹੀ ਗੁਰਬਾਣੀ ਦੀ ਇਹ ਗੱਲ ਹੈ, ਆਪਣੇ ਕਾਰਜ में आप समाया जी, ਕਿ ਆਪਣੇ ਇੰਟਾਇਰ ਜਿਹੜਾ ਅਧਿਕਾਰ ਹੈ ਉਹਦੇ ਵਿੱਚ ਆਪ ਸਮਾਇਦਾ। ਉਹ ਆਪ ਉਹ ਬੰਦੇ ਦੀ ਗੱਲ ਹੋ ਗਈ, ਇੱਕ ਕਾਰਜ और एक ओ ਜਿਹੜਾ ਉਹਦੇ ਵਿੱਚ ਸਮਾਇਆ। ਫਸਟ ਸੈਕੰਡ ਹੁਣ ਮੈਂ ਇਹ ਅਰਥ ਸਿੰਪਲੀ ਤੌਰ ਤੇ ਮੰਨ ਲਾਂਗਾ ਸਿੱਧਾ ਹੀ ਵੀ ਸਿੱਧੀ ਪੰਕਤੀ ਹੈ, ਆਪਣੇ ਕਾਰਜ में आप समाया जी।
इदा ही इन्नी ही सिंपल वो गल है गुरबाणी दी जिन्हों ये पेश नहीं करते। जिसले उन्होंने कहा साधो रचना राम बनाई जी, तो सारी जी इंटायर नेचर है रचना है जिन्हों ये समुचता विच कहंदे जी, इंक्लूडिंग लॉ ऑफ नेचर, नेचर पदार्थ और उहदी वृत्तियां समुचे सिस्टम को कहंदे परमात्मा जी। ते उस समुचे सिस्टम को महाराज ने कहा साधो रचना राम बनाई जी। ਇਹਦੇ ਵਿੱਚ ਨਾ ਤੁਹਾਨੂੰ ਪ੍ਰੋਫੈਸਰ ਸਾਹਿਬ ਸਿੰਘ ਚਾਹੀਦਾ, ਨਾ ਤੁਹਾਨੂੰ ਡਾਕਟਰ ਕੁਲਬੀਰ ਥਿੰਡ ਚਾਹੀਦਾ, ਨਾ ਤੁਹਾਨੂੰ ਫਰੀਦਕੋਟੀ ਟੀਕਾ ਚਾਹੀਦਾ, ਨਾ ਤੁਹਾਨੂੰ ਕੋਈ ਵੱਡਾ ਵਿਦਵਾਨ ਚਾਹੀਦਾ, ਕਿਉਂਕਿ ਇਹ ਗੱਲ ਤੁਹਾਡੀ ਮੇਰੀ ਬੋਲੀ ਦੇ ਵਿੱਚ ਹੀ ਹੈ। ਸਾਧੋ ਰਚਨਾ ਰਾਮ ਬਣਾਈ, ਨਾਨਕ ਸੱਚੇ ਕੀ ਸਾਚੀ ਕਾਰ ਜੀ, ਮਤਲਬ ਰਚਨ ਰਚਿਆ ਕਰਤਾਰ ਜੀ। ਠੀਕ ਹੈ, ਮਤਲਬ ਜਿਹੜਾ ਜੀ ਅਗਰ ਮੈਂ ਕਹਾਂ ਕਿ परमात्मा ने मैनू बनाया जी, अगर मैं कहा मैनू परमात्मा ने बनाया जी, मेरे अंदर जो सिस्टम है वो परमात्मा के कारण ही है ना। जी जी जी। अगर मैं कहा कि कुदरत के विच कई जीव जंतु, कई जीव जंतु का भाव ही लिया जाएगा कोई कुदरत के विच ही जिसले ये कहा जाए कि कुदरत खुद एक परमात्मा के विच है तो उसका भाव ही लिया जाएगा कि कुदरत की कार नूं चलाने वाला भी कोई है जी। इस करके सवाल इत्थे नहीं है कि गुरबाणी की एक एक्सपैक्ट का सवाल नहीं है, सवाल समझदा दा जी कि इन टोटैलिटी परमात्मा के बारे में, क्रिएटर के बारे में, रचनहार दे ए तो रचन रचिया करतार जी। करतार कौन है? गल तो यही है सर, मतलब लॉ ऑफ नेचर जिसनों असीं कहा जाता है, तो ਇਹਦਾ मतलब ये होया जिवें तुसीं गुरबाणी के हिसाब नाल दस्सिया कि ਜਿਹੜਾ लॉ ऑफ नेचर आ उसनों भी किसी ने बनाया है, ਉਹਨੂੰ भी किसी ने बनाया। उससे तो है ये समस्या कित्थे है देखो जी। जे असीं कहने आ गुरबाणी च आया कि वो अकथ और अपरंपार है जी, और पार ब्रह्म बड़ा इंपॉर्टेंट शब्द है। ब्रह्म ब्रह्म हो गया ब्रह्मांड, हालांकि ब्रह्म कले तौर पर परमात्मा को कहा जाता है, लेकिन ब्रह्म एक शब्द है, क्या पार ब्रह्म जी, ये ब्रह्मांड के पार, ठीक है ना, वो परमात्मा ठीक है। जिस तरह आ गया कि ये जड़ा ब्रह्म है इस ब्रह्मांड को रचने वाला भी एक पिछे एक शक्ति है, और यही डिबेट आज तो हजारा साल तो चल रही है जी कि उस शक्ति को पछाड़न पिछे। हुण गुरु साहब ने अपना पॉइंट ऑफ व्यू उहदे पर गुरबाणी च दिता और स्पष्ट किया है, तो रचन रचिया करतार, ठीक है जी, ठीक है ना, सच्ची तेरी कुदरत सच्चे पातशाह जी। उस कॉन्टेक्स्ट दे विच भाई कुदरत नूं किवें बनाया जी, ये तो एक फंडामेंटल क्वेश्चन है, इहदे पर साइंसदान अपना मत्था पच्ची कर रहे हैं जी, और वो इस नतीजे तक पहुंचे जिद्दां असीं पिछली बारी विचार आए हैं कि भई ये जिहड़ा यूनिवर्स है ये 13.83 बिलियन ईयर्स एगो एग्जिस्टेंस विच है, ठीक है जी, क्रिएट होया, ठीक है ना। और रचना अपने आप ही शब्द ऐसा है जी कि जिहड़ा कृत नूं क्रिएशन नूं एक्सप्लेन करदा कि वो चीज कोई भी जिहड़ी बनाई गई उहनूं आपां रचना कहने, ठीक है, करतार या रचनहार नूं कहने जिन्हें उसनूं रचिया हो जी। दो गल्लां गुरबाणी स्पष्ट आईयां, हुण एक एक्सपैक्ट नूं पढ़ के असीं गल करदे ही दूसरे नूं ना विचारीए ते वो इनजस्टिस। चलो आपां उन्हां दी ऑडियो जिहड़ी सी ओह चला के अगे विचार करी जांदे आ, चलाओ तुसीं चलाओ। ਤੇ ਗੁਰਬਾਣੀ ਵਾਲੇ ਆਨਜਸ ਦੇ ਰੱਬ ਦੇ ਅਰਥ ਲਾ ਆਫ ਨੇਚਰ, ਸਿਸਟਮ ਆਫ ਨੇਚਰ ਬਣਦੇ ਹੈ ਕਿ ਨਹੀਂ। ਸੋ ਆਓ ਵਿਚਾਰ ਕਰੀਏ ਉਹਨਾਂ ਪੰਕਤੀਆਂ ਸ਼ਬਦਾਂ ਦੀ ਜਿਨ੍ਹਾਂ ਵਿੱਚ ਕਰਤਾ ਤੇ ਰਚਨਾ ਨੂੰ ਅਲੱਗ-ਅਲੱਗ ਦੱਸਿਆ। ਵੈਸੇ ਤਾਂ ਪਾਤਸ਼ਾਹ ਨੇ ਜਦੋਂ ਦੋਨੋਂ ਸਰੂਪ ਰੱਬ ਦੇ ਕਹਿ ਕੇ ਸਰਗੁਣ ਤੇ ਨਿਰਗੁਣ ਦੋ ਸਰੂਪਾਂ ਦੀ ਗੱਲ ਕਰ ਹੀ ਦਿੱਤੀ ਹੈ, ਤੇ ਡਿਟੇਲ ਦੱਸਣ ਵੇਲੇ ਵੀ ਤਾਂ ਦੋ ਦੀ ਗੱਲ ਆਊਗੀ ਨਾ। जब दिसदे ते अणदिसदे दोवां स्वरूपां नूं बराबर रख के पातशाह गल करदे आ, तां फिर ओह दिसदे नूं रचना कहंदे ते अणदिसदे नूं रब कहंदे, अकाल पुरख करता कहंदे। इत्थे रोको प्लीज, इस अणद जी हुण देखो ये भाई साहब क्लीयरली इत्थे डिक्लेयर कर रहे जी कि अणदिसदे रब नूं ओह रचना बनाउण वाला कहंदे जी, ते दिसदे नूं रचना कहंदे जी। अणदिसदे नूं रचना बनाउण वाला कहंदे जी जी जी। ये पंक्ति तुसीं अगर दोबारा एक बारी चला दिओ तो श्रोते नूं होर क्लीयर हो जाए, ताकि स्पष्ट हो जाए कि वो भाई साहब की कह
ਨਾਲੇ ਅਣਦਿਸਦੇ ਰੱਬ ਦੇ ਅਰਥ ਲਾ ਆਫ ਨੇਚਰ, ਸਿਸਟਮ ਆਫ ਨੇਚਰ ਬਣਦੇ ਹੈ ਕਿ ਨਹੀਂ। ਸੋ ਆਓ ਵਿਚਾਰ ਕਰੀਏ ਉਹਨਾਂ ਪੰਗਤੀਆਂ ਸ਼ਬਦਾਂ ਦੀ ਜਿਨ੍ਹਾਂ ਵਿੱਚ ਕਰਤਾ ਤੇ ਰਚਨਾ ਨੂੰ ਅਲੱਗ-ਅਲੱਗ ਦੱਸਿਆ। ਵੈਸੇ ਤਾਂ ਪਾਤਸ਼ਾਹ ਨੇ ਜਦੋਂ ਦੋਨੋਂ ਸਰੂਪ ਰੱਬ ਦੇ ਕਹਿ ਕੇ ਸਰਗੁਣ ਤੇ ਨਿਰਗੁਣ ਦੋ ਸਰੂਪਾਂ ਦੀ ਗੱਲ ਕਰ ਹੀ ਦਿੱਤੀ ਹੈ, ਫਿਰ ਡਿਟੇਲ ਦੱਸਣ ਵੇਲੇ ਵੀ ਤਾਂ ਦੋ ਦੀ ਗੱਲ ਆਊਗੀ ਨਾ। ਜਦ ਦਿਸਦੇ ਤੇ ਅਣਦਿਸਦੇ ਦੋਹਾਂ ਸਰੂਪਾਂ ਨੂੰ ਬਰਾਬਰ ਰੱਖ ਕੇ ਪਾਤਸ਼ਾਹ ਗੱਲ ਕਰਦੇ ਆ ਤਾਂ ਫਿਰ ਉਹ ਦਿਸਦੇ ਨੂੰ ਰਚਨਾ ਕਹਿੰਦੇ ਤੇ ਅਣਦਿਸਦੇ ਨੂੰ ਰੱਬ ਕਹਿੰਦੇ, ਅਕਾਲ ਪੁਰਖ ਕਰਤਾ ਕਹਿੰਦੇ। ਇਸ ਅਣਦਿਸਦੇ ਰੱਬ ਦੇ ਅਰਥ ਅੱਜ ਦੀ ਭਾਸ਼ਾ ਚ ਲਾ ਆਫ ਨੇਚਰ ਕਰਕੇ ਗੁਰਬਾਣੀ ਦੇ ਅਰਥ ਕਰਾਂਗੇ। ਦੇਖਦੇ ਆ ਕਿੰਨੇ ਕੁ ਢੁਕਵੇਂ ਲੱਗਦੇ ਤੇ ਕਿੰਨੀ ਗੱਲ ਪੱਲੇ ਪਈ। ਪਾਤਸ਼ਾਹ ਕਹਿੰਦੇ ਆ ਭੈ ਵਿੱਚ ਪਵਨ ਹੈ ਸਦਵਾਉ, ਹਵਾ ਰੱਬ ਦੇ ਰੱਬ ਦੇ ਹੁਕਮ ਚ ਚੱਲਦੀ। ਹਾਂਜੀ, ਬਹੁਤ ਪਿੱਛੇ ਚਲੇ ਗਏ ਤੁਸੀਂ। ਚਲੋ ਇੱਥੇ ਗੱਲ ਦੁਬਾਰਾ ਸਪਸ਼ਟ ਹੋ ਗਈ ਜੀ ਕਿ ਅਣ ਦਿਸਦੇ ਨੂੰ ਕਰਤਾ ਕਹਿੰਦੇ ਨੇ ਤੇ ਦਿਸਦੇ ਨੂੰ ਰਚਨਾ ਜੀ। ਹੁਣ ਇਹ ਇਤਨੇ ਕਨਫਿਊਜ਼ਡ ਬੰਦੇ ਨੇ ਇਹ ਭਾਈ ਸਾਹਿਬ ਜਿਹੜੇ ਬੋਲ ਰਹੇ ਨੇ, ਭਾਈ ਸਾਹਿਬ ਦੇ ਬਿਆਨ ਤੇ ਜਿਹੜੇ ਵੀਰ ਜੀ ਬੋਲ ਰਹੇ ਨੇ ਜੀ, ਇਹ ਰਚਨਾ ਨੂੰ ਤੇ ਸਮੁੱਚਤਾ ਵਿੱਚ ਲੈ ਰਹੇ ਨੇ ਕਿ ਰਚਨਾ ਕੀ ਹੈ। ਇਹ ਪਿੱਛੋਂ ਇਹ ਤੁਰਦੇ ਆ ਕਿ ਰਚਨਾ ਕੀ ਹੈ, ਕਿ ਰਚਨਾ ਦਿਸਦੇ ਔਰ ਅਣਦਿਸਦੇ ਦੋਹਾਂ ਨੂੰ ਮਿਲਾ ਕੇ ਸਮੁੱਚਤਾ ਦੇ ਵਿੱਚ ਇੱਕ ਰਚਨਾ ਜੀ। ਤੇ ਹੁਣ ਕਹਿ ਰਹੇ ਨੇ ਕਿ ਨਹੀਂ, ਉਹਦੇ ਦੋ ਸਰੂਪ ਮਹਾਰਾਜ ਨੇ ਬਿਆਨ ਕੀਤੇ ਨੇ, ਇੱਕ ਨੂੰ ਕਰਤਾ ਗਿਆ ਔਰ ਇੱਕ ਨੂੰ ਰਚਨਾ ਗਿਆ ਜੀ। ਹੁਣ ਇੱਕ ਡਾਇਕਟੋਮੀ ਖੁਦ ਇਹਨਾਂ ਨੇ ਡਿਵਾਈਡ ਕਰ ਲਿਆ, ਠੀਕ ਹੈ ਜੀ, ਕਿਉਂਕਿ ਗੁਰਬਾਣੀ ਪੰਕਤੀਆਂ ਮਜਬੂਰ ਕਰਦੀਆਂ। ਹੁਣ ਕਿੰਨੀ ਹੱਦ ਤੱਕ ਬੰਦਾ ਜਿਹੜਾ ਉਹ ਬੇਇਨਸਾਫੀ ਕਰੇਗਾ ਅਰਥ ਕਰਨ ਵੇਲੇ ਜੀ, ਮੰਨਣਾ ਤੇ ਪਏਗਾ ਕਿ ਕਰਤਾ ਕਿਹਾ ਗਿਆ। ਹੁਣ ਇਹਨਾਂ ਤੇ ਮੰਨ ਕੇ ਵੀ ਕਰਤਾ, ਉਧਰੋਂ ਸਮੁੱਚਤਾ ਦੇ ਵਿੱਚ ਇੱਕੋ ਚੀਜ਼ ਨੂੰ ਹੀ ਕਰਤਾ ਕਹਿ ਰਹੇ ਨੇ ਸਾਰਾ ਜੀ, ਕਿ ਰਚਨਾ ਹੀ ਕਰਤਾ। ਹੁਣ ਕਹਿ ਰਹੇ ਨਹੀਂ, ਕਰਤਾ ਅਲੱਗ ਹੈ ਔਰ ਰਚਨਾ ਅਲੱਗ ਹੈ ਜੀ। ਔਰ ਅਲੱਗ ਕਿਸ ਤਰ੍ਹਾਂ ਕਿ ਦਿਸਦੀ ਜਿਹੜੀ ਹੈ ਉਹ ਰਚਨਾ, ਜਿਹੜੀ ਨਹੀਂ ਦਿਸਦੀ ਉਹ ਕਰਤਾ। ਤੇ ਵੈਸੇ ਕਹਿ ਰਹੇ ਨੇ ਕਿ ਕੁਦਰਤ ਦਾ ਸਮੁੱਚਾ ਸਿਸਟਮ, ਹੁਣ ਸਮੁੱਚੇ ਸਿਸਟਮ ਦੇ ਵਿੱਚੋਂ ਇੱਕ ਆਈਟਮ ਇਹਨਾਂ ਨੇ ਬਾਹਰ ਕੱਢ, ਠੀਕ ਹੈ ਜੀ, ਬਣਾਤਾ ਕਰਤਾ। ਤੇ ਜਿਹੜੀ ਆਈਟਮ ਬਾਹਰ ਕੱਢੀ ਉਹ ਆਈਟਮ ਹੈ ਹੀ ਪਦਾਰਥ ਦੀ ਵਜ੍ਹਾ ਨਾਲ ਹੈ ਜੀ। ਦਿਸਦੀ ਦੁਨੀਆ ਦੇ ਕਾਰਨ ਉਹ ਰਚਨਾ, ਉਹ ਫੰਡਾਮੈਂਟਲ ਫੋਰਸਿਸ, ਅਦਰਵਾਈਜ਼ ਉਹ ਹੋਣੀ ਨਹੀਂ ਸੀ। ਹਾਂਜੀ ਹਾਂਜੀ, ਪਾਰਟੀਕਲਸ ਨਾ ਹੁੰਦੇ, ਪਾਰਟੀਕਲਸ ਦਾ ਇੰਟਰੈਕਸ਼ਨ ਨਾ ਹੁੰਦਾ, ਫੋਰ ਫੰਡਾਮੈਂਟਲ ਇੰਟਰੈਕਸ਼ਨਸ ਨਾ ਹੁੰਦੀਆਂ, ਔਰ ਅਗਰ ਫੋਰ ਫੰਡਾਮੈਂਟਲ ਫੋਰਸਿਸ ਪਾਰਟੀਕਲਸ ਦਾ ਇੰਟਰਪਲੇ ਨਾ ਹੁੰਦਾ ਤੇ ਫੋਰਸਿਸ ਬਣ ਹੀ ਨਹੀਂ ਸੀ ਸਕਦੀ ਜੀ। ਪਦਾਰਥ ਦੇ ਕਾਰਨ ਫੋਰਸਿਸ ਹੁਣ ਆਪਣੀ ਮਰਜ਼ੀ ਨਾਲ ਹੀ ਉਹਨਾਂ ਤੋਂ ਮਾਮਲਾ ਕਰ ਰਹੇ ਤੇ ਨਾਲ ਦੇ ਨਾਲ ਹੀ ਰਾਗ ਲਾਭ ਰਹੇ ਕਿ ਨਹੀਂ, ਸਮੁੱਚਤਾ ਦੇ ਵਿੱਚ ਸਾਰਾ ਸਿਸਟਮ ਇਕੱਠਾ ਜੀ। ਚਲਾਓ ਤੁਸੀਂ ਫਿਰ ਅੱਗੇ। ਪਰ ਵੀਰਾ ਇੱਕ ਸੈਕਿੰਡ, ਪੰਗਾ ਇੱਕ ਓਂਕਾਰ ਤੋਂ ਪੈ ਗਿਆ ਨਾ, ਪੰਗਾ ਇੱਕੋ ਤੋਂ ਪੈ ਗਿਆ ਪੰਗਾ, ਹਨਾ? ਜਿਹੜਾ ਸਾਨੂੰ ਲਜਾਇਆ ਹੈ ਨਾ ਵਿਦਵਾਨਾਂ ਨੇ, ਜਦੋਂ ਉਹ ਕਰ ਦਿੱਤਾ ਭਈ ਰੱਬ ਇੱਕ ਆ, ਬਸ ਉੱਥੋਂ ਪੰਗਾ ਪਾਤਾ ਇਹਨਾਂ ਨੇ, ਸਾਰੀ ਗੁਰਬਾਣੀ ਬਦਲ ਗਈ, ਸਾਰਾ ਕੁਛ ਬਦਲ ਗਿਆ। ਜੀ ਇਹ ਕਹਿ ਰਹੇ ਨੇ ਕਿ ਪੰਗਾ ਇੱਥੋਂ ਪੈ ਗਿਆ ਕਿ ਰੱਬ ਨੂੰ ਇੱਕ ਕਿਹਾ ਜੀ। ਹੁਣ ਇਹਨਾਂ ਨੂੰ ਕੋਈ ਪੁੱਛੇ ਤੁਸੀਂ ਰੱਬ ਨੂੰ ਦੋ ਕਹਿ ਰਹੇ ਹੋ ਜੀ, ਤੁਸੀਂ ਪੂਰੀ ਕੁਦਰਤ ਨੂੰ ਸਮੁੱਚਤਾ ਵਿੱਚ ਇੱਕ ਰੱਬ ਕਹਿ ਰਹੇ ਹੋ। ਤੁਸੀਂ ਉਚਾਰਨ ਨੂੰ ਲੈ ਕੇ ਖਾਮਖਾ ਦਾ ਇੱਕ ਕਨਫਿਊਜ਼ਨ ਕ੍ਰੀਏਟ ਕਰ ਰਹੇ ਹੋ। ਉਚਾਰਨ ਨੂੰ ਲੈ ਕੇ ਤਾਂ ਕੋਈ ਕਨਫਿਊਜ਼ਨ ਨਹੀਂ ਹੈ ਜੀ। ਜੇ ਤੁਸੀਂ ਰੱਬ ਇੱਕ ਕਹਿ ਰਹੇ ਹੋ, ਸਮੁੱਚਾ ਲਾਭ ਨੇਚਰ, ਫਿਰ ਉਹਨੂੰ ਦੋ ਚ ਕਿਉਂ ਡਿਵਾਈਡ ਕਰ ਰਹੇ ਹੋ, ਦਿਸਦਾ ਤੇ ਅਣਦਿਸਦਾ? ਹੁਣ ਇਸ ਵਾਸਤੇ ਡਿਵਾਈਡ ਕਰ ਰਹੇ ਹੋ ਕਿ ਤੁਹਾਡੇ ਅੱਗੇ ਮਜਬੂਰੀ ਹੈ ਗੁਰਬਾਣੀ ਦੀ, ਕਿਉਂਕਿ ਗੁਰਬਾਣੀ ਨੇ ਕਰਤਾ ਔਰ ਕ੍ਰਿਤ ਨੂੰ ਵੱਖਰਾ ਵੱਖਰਾ ਕਿਹਾ ਜੀ ਜੀ ਜੀ। ਤੇ ਕਿਹਾ ਤੁਸੀਂ ਵੀ ਇੱਕ ਹੀ ਰੱਬ ਰਹੇ ਹੋ, ਲੇਕਿਨ ਨੇਚਰ ਨੂੰ ਕਹਿ ਰਹੇ ਹੋ ਸਿਪਾਂਜ਼ਾ ਵਰਗਾ ਜਾਂ ਸਟੋਇਕ ਫਿਲਾਸਫਰ ਵਰਗਾ, ਔਰ ਗੁਰਬਾਣੀ ਵੀ ਇੱਕ ਕਹਿ ਰਹੀ ਹੈ, ਲੇਕਿਨ ਉਹ ਇੱਕ ਰੱਬ ਦੇ ਅੰਦਰ ਹੀ ਤੁਹਾਨੂੰ ਦੱਸ ਰਹੀ ਹੈ ਕਿ ਉਸ ਰੱਬ ਦੀ ਜਿਹੜੀ ਹੈ ਮੈਨੀਫੈਸਟੇਸ਼ਨ ਕੀ ਹੈ। ਹੁਣ ਇਹ ਦੇਖੋ ਇਹਨਾਂ ਦਾ ਪੁਆਇੰਟ ਆਫ ਵਿਊ ਕਿੱਥੇ ਵੀਕ ਹੈ। ਗੁਰਬਾਣੀ ਇਹ ਕਹਿੰਦੀ ਹੈ, ਗੁਰਬਾਣੀ ਦੀ ਟੋਨ ਜਿਹੜੀ ਹੈ ਉਹ ਇਹ ਕਹਿੰਦੀ ਹੈ ਕਿ ਪਰਮਾਤਮਾ ਕੁਦਰਤ ਦੇ ਵਿੱਚ ਹੈ, ਲੇਕਿਨ ਕੁਦਰਤ ਦੀ ਬੰਦਿਸ਼ ਵਿੱਚ ਨਹੀਂ ਜੀ। ਇਹ ਗੱਲ ਨੂੰ ਥੋੜਾ ਸਮਝਾਓ ਹੋਰ। ਹਾਂ, ਮੈਂ ਸਮਝਾਣਾ ਤੁਹਾਨੂੰ ਜੀ।
गुरबाणी ने कहता परमात्मा बेअंत है, अतुल, अपार, पार ब्रह्म है, अतौल है जी। ठीक है जी। जिसले किसी ने यह कह दिता, विचारक तौर पर सोच लिया कि परमात्मा सिर्फ इस दिसदी कुदरत दे विच है जी, सिर्फ कुदरत दे विच है, ते इहदा मतलब उसने परमात्मा की एक हदबंदी फिक्स कर दी। ठीक है जी। ते यह गुरबाणी के उस फरमान दे कंट्राडिक्शन होएगी, उलंघना होएगी, जिथे गुरबाणी ने कहा कि लेखा होए तां लिखिए, लेखे होए विनाश जी, कि उसकी हदबंदी नहीं असीं कर सकते। इन्हां ने उसकी हदबंदी करती कि नहीं, सिर्फ कुदरत दे विच है, कुदरत ही परमात्मा जी। जबकि गुरबाणी टोन कहती है कि कुदरत के अंदर भी परमात्मा है और कुदरत नहीं होएगी उसके बाहर भी परमात्मा जी, उसके आर पार भी परमात्मा है। गुरबाणी उन्होंने किसी बंदिश च नहीं बनती। गुरबाणी ये नहीं कहती कि सिर्फ वो कुदरत के बाहर है जी। जे गुरबाणी ये कहे कि परमात्मा सिर्फ कुदरत के बाहर है, तो तामी परमात्मा की हदबंदी फिक्स होगी कि भाई कुदरत च नहीं है, कुदरत के बाहर है जी। यह सिद्धांत परमात्मा के सर्वव्यापी होने का सिद्धांत इतने खत्म हो जाता है जी। रुक जाता है कि हदबंदी हो जाती है। जे कोई ये कहे कि सिर्फ कुदरत के विच है, बाहर नहीं, ठीक है जी, या कोई ये कहे कि सिर्फ कुदरत के बाहर है, विच नहीं जी, तो परमात्मा की सर्वव्यापकता तो है ही इस विच है कि वो कुदरत के अंदर और कुदरत के बाहर भी है। ठीक है जी। जिथे तक साडी बुद्धि की पहुंच नहीं उत्थे तक भी है जी। और साइंटिस्टां ने ते यूनिवर्स का आगाज दस दिता, शुरुआत दस दी, जिदा पिछले एपीसोड भी किया कि 13.83 बिलियन ईयर्स अगो एक कुदरत स्टार्ट हुई है, यूनिवर्स स्टार्ट होया जी। मल्टीपल यूनिवर्स की थ्योरी है जी, डिस्प्यूटेड है, उन्होंने कई साइंटिस्ट नकार चुके हैं। हाँ, इस यूनिवर्स के बारे अश्योर कि भाई 13.83 बिलियन ईयर्स अगो पहले शुरू होया। ठीक है जी। हुण एक कुदरत नूं की करते, परमात्मा नूं की कर रहे हैं कि अपार परमात्मा नूं सिर्फ कुदरत तक महदूद कर रहे हैं, नेचर तक और लॉ ऑफ नेचर तक, जबकि परमात्मा की हदबंदी फिक्स की नहीं जा सकती। ठीक है जी। और यह जी गल कर रहे हैं कि बारिश बरसती है, ये तो 6वीं दे विच भूगोल दे स्टूडेंट से सब कुछ पढ़िया, पानी के साइकिल, साइकिल ऑफ वाटर किन्नू नहीं पता कि बारिश का साइकिल की है और बर्फ का साइकिल की है। इस तरह पेश कर रहे हैं कि जिस तरह ये बेसिकली आप ना नवा पढ़ के आए हैं। हाँ जी, ये आप पढ़ के आए और ये सोच रहे हैं कि जो असी पढ़ के आए हैं किसी को पता नहीं है जी। जो असी पढ़ के आए हैं साइकिल ऑफ वाटर और हवा के चलन का ढंग जी, कि हवा लो प्रेशर वाल गर्म पासे वाले बल जी वधदी है, जाती है, तेजी ਨਾਲ जाती है, जिहदे नाल आधी झक्खड़ आंदा। ठीक है ना। बारिश जी है वो अवैपोरेट होता, पानी आसमान से जाता और फिर बरसदा, ठंडे इलाकों से जो बर्फ बन के डिग पैंदा तो बर्फ तो फिर पानी पिघल के समुद्र च आंदा। ये गल किहनूं नहीं पता। हुण इन्हां भाईआं साहबां नूं पहली बारी पता चली है कि साडा की कसूर है जी। किसी का कोई कसूर नहीं है, जी गल इन्हां नूं हुण पता चली है कि वाटर ऑफ साइकिल इन्हां नूं अज पता चलिया जी। जबकि वाटर ऑफ साइकिल जिहड़ा वो सदियां तो इंसानों नूं पता है, इन्हां नूं अज पता चलिया और इसनूं अपग्रेडेशन कहंदे जी। जी। भै विच सूरज, भै विच चंद, को करोड़ी चलता अंत, ग्रेविटेशन आल विराट, ਜਿਹੜੀਆਂ फंडामेंटल फोर्सेस ਦੀ ਨਾਲ ਲੈਸ ਜਿਹੜਾ ਇਹ ਸਮੁੱਚਾ सिस्टम ऑफ नेचर ਇਹਦੀ ਪਾਵਰ ਫੋਰਸ ਦੇ ਅਧੀਨ ਸੂਰਜ, ਚੰਦ, ਤਾਰੇ, ਸਮੁੱਚਾ ਸੋਲਰ ਸਿਸਟਮ ਘੁੰਮ ਰਿਹਾ, ਚੱਲ ਰਿਹਾ, ਕਿੰਨੇ ਕਰੋੜਾਂ ਕਿਲੋਮੀਟਰ ਕੋ ਚੱਲ ਗਿਆ, ਕੋਈ ਅੰਤ ਨਹੀਂ। ਗੱਲ ਕੀ ਸਾਰਾ ਬ੍ਰਹਿਮੰਡ ਲਾ ਆਫ ਨੇਚਰ, ਸਿਸਟਮ ਆਫ ਨੇਚਰ ਮੁਤਾਬਕ ਚੱਲ ਰਿਹਾ, ਉਹਦੇ ਭੈਤ ਚੱਲ ਰਿਹਾ, ਜਾਂ ਇਹਨੂੰ ਇਉਂ ਕਹਿ ਲਓ ਵੀ ਦਿਸ ਦੀ ਕੁਦਰਤ ਅਣਦਿਸ ਦੇ ਕੁਦਰਤੀ ਸਿਸਟਮ ਮੁਤਾਬਕ ਚੱਲ ਬਸ। ਲਾਸਟ ਦੇ ਪਾਤਸ਼ਾਹ ਲਿਖਦੇ ਆ, ਬਾਕੀ ਸ਼ਬਦ ਸਰੋਤੇ ਆਪ ਜੀ। ਹੁਣ ਦੇਖੋ ਕਦਮ ਕਦਮ ਤੇ ਕੰਟਰਾਡਿਕਸ਼ਨ। ਸਮੁੱਚਾ ਸਿਸਟਮ ਆਫ ਲਾਅ ਆਫ ਨੇਚਰ, ਸਮੁੱਚਾ ਸਿਸਟਮ पूरे ब्रह्मांड ਨੂੰ, पूरे यूनिवर्स ਨੂੰ ਇਹ ਕਹਿ ਰਹੇ ਨੇ परमात्मा जी। और फिर ਉਹਦੇ ਚ ਆਪ ਵੰਡ ਪਾ ਰਹੇ ਨੇ, एक नियम ਤੇ एक ब्रह्मांड जी। ठीक है ना। और उधर नाल दे नाल कह रहे जोर दे के कि समੁੱਚਾ सिस्टम ऑफ लॉ ऑफ नेचर,
ਹੁਣ ਸਮੁੱਚੇ ਸਿਸਟਮ ਆਫ ਲਾ ਆਫ ਨੇਚਰ ਵਿੱਚ ਇਹਨਾਂ ਭਾਈ ਸਾਹਿਬ ਨੇ ਬਹੁਤ ਵਾਰੀ ਇਸ ਕੈਸੇਟ 'ਚ ਕਿਹਾ, ਇਸ ਆਡੀਓ ਵਿੱਚ, ਕਿ ਇਹ ਸਭ ਕੁਝ ਦਿਸਦਾ ਉਹ ਰਣ ਦਿਸਦਾ ਹੈ, ਸਾਰਾ ਸਮੁੱਚਾ ਸਿਸਟਮ ਯੂਨੀਵਰਸ ਹੈ, ਨੇਚਰ, ਇਹ ਨੇਚਰ ਹੀ ਗॉड, ਇਹ ਗੱਲ ਇਹਨਾਂ ਨੇ ਕਹੀ। ਹੁਣ ਮੈਂ ਬੜੀ ਇੰਟਰਸਟਿੰਗ ਇੱਥੇ ਜਿਹੜੀ ਆਪਾਂ ਉਹਦੇ ਨੂੰ ਨਾ ਸੱਜਣਾ ਨਾਲ ਵੀ ਕੀਤੀ ਸੀ ਗੱਲ, ਉਹਨਾਂ ਦੇ ਖਾਨੇ ਨਹੀਂ ਸੀ ਪੈ ਰਹੀ, ਮੇਰਾ ਕੁਐਸਚਨ ਉਹਨਾਂ ਦੇ ਖਾਨੇ ਨਹੀਂ ਸੀ ਪੈ ਰਿਹਾ। ਹੁਣ ਦੇਖੋ ਬੜੀ ਬਾਰੀਕੀ ਨਾਲ ਸਮਝਣ ਦੀ ਗੱਲ, ਇਹਨਾਂ ਨੇ ਕਹਿਤਾ ਕਿ ਸਮੁੱਚਾ ਸਿਸਟਮ ਮੀਨ ਲਾ ਆਫ ਨੇਚਰ ਦੇ ਅਣਦਿਸਦੇ ਨਿਯਮ ਔਰ ਦਿਸਦੀਆਂ ਗੱਲਾਂ, ਇਹ ਸਾਰਾ ਸਮੁੱਚਾ ਸਿਸਟਮ ਆਫ ਲਾ ਆਫ ਨੇਚਰ ਇੱਕ ਪਰਮਾਤਮਾ, ਇਹ ਗੱਲ ਇਹਨਾਂ ਨੇ ਕਹੀ। ਹੁਣ ਤੁਸੀਂ ਦੇਖੋ ਮਹਾਰਾਜ ਕੀ ਕਹਿੰਦੇ, ਗਾਵਣ ਤੁਧ ਨੂੰ ਖੰਡ ਮੰਡਲ ਭ੍ਰੈ ਮੰਡਾ ਜੀ ਕਰ ਕਰ ਰੱਖੇ ਤੇਰੇ ਧਾਰੇ, ਕਿ ਇਹ ਸਮੁੱਚਾ ਲਾ ਆਫ ਸਿਸਟਮ ਜਿਹੜਾ ਸਿਸਟਮ ਆਫ ਨੇਚਰ, ਸਮੁੱਚਾ ਬ੍ਰਹਮੰਡ, ਇੰਕਲੂਡਿੰਗ ਐਵਰੀਥਿੰਗ, ਇੰਕਲੂਡਿੰਗ ਆਲ ਇਟਸ ਫੋਰਸਿਸ, ਸਮੁੱਚਾ ਯੂਨੀਵਰਸ, ਇਹ ਕਿਹਨੂੰ ਗਾ ਰਿਹਾ ਹੈ? ਗਾਵਨ ਤੁਧ ਨੂੰ ਖੰਡ ਮੰਡਲ ਭ੍ਰੈ ਮੰਡਾ ਜੀ ਕਰ ਕਰ ਰੱਖੇ ਤੇਰੇ ਧਾਰੇ, ਇਹ ਖੰਡ, ਖੰਡਾਂ ਦੇ ਮੰਡਲ, ਝੁੰਡ ਔਰ ਝੁੰਡਾਂ ਦਾ ਪੂਰਾ ਯੂਨੀਵਰਸ ਜੀ, ਇਹ ਸਾਰਾ ਤੈਨੂੰ ਗਾ ਰਿਹਾ। ਹੁਣ ਆਪਾਂ ਸਿੱਧਾ ਕਹਿ ਦਿੰਦੇ ਹਾਂ ਕਿ ਐਗਜ਼ਾਮਪਲ ਦੇ ਤੌਰ ਤੇ ਕਿ ਅਸੀਂ ਹਵਾ, ਪਾਣੀ ਔਰ ਰੋਸ਼ਨੀ ਨਾਲ ਜੀ ਰਹੇ ਹਾਂ ਜੀ, ਫਿਰ ਅਗਲਾ ਇੱਕ ਰਿਐਲਿਟੀ ਹੈ ਕਿ ਅਸੀਂ ਹਵਾ, ਪਾਣੀ ਔਰ ਰੋਸ਼ਨੀ ਨਾਲ ਜੀ ਰਹੇ ਹਾਂ ਜੀ। ਫਿਰ ਨੈਕਸਟ ਸਟੈਪ ਆਉਂਦਾ ਰਿਐਲਿਟੀ ਦਾ, ਹਵਾ ਸਾਡੇ ਅੰਦਰ ਹੈ, ਪਾਣੀ ਸਾਡੇ ਅੰਦਰ ਹੈ, ਰੋਸ਼ਨੀ ਸਾਡੇ ਅੰਦਰ ਹੈ, ਲੇਕਿਨ ਕਿਆ ਹਵਾ ਸਾਡੇ ਤੋਂ ਬਾਹਰ ਨਹੀਂ ਹੈ? ਜੀ, ਬਾਹਰ ਵੀ ਮੌਜੂਦ ਹੈ। ਰੋਸ਼ਨੀ ਸਾਡੇ ਅੰਦਰ ਹੈ, ਲੇਕਿਨ ਰੋਸ਼ਨੀ ਸਾਡੇ ਤੋਂ ਬਾਹਰ ਆਸ-ਪਾਸ ਮੌਜੂਦ ਨਹੀਂ ਹੈ? ਜੀ ਜੀ, ਮੌਜੂਦ ਹੈ। ਪਾਣੀ ਸਾਡੇ ਅੰਦਰ ਹੈ, 80% to 70 to 80% ਸਰੀਰ ਦਾ ਜਿਹੜਾ ਹਿੱਸਾ ਉਹ ਪਾਣੀ ਹੈ ਜੀ। ਪਾਣੀ ਸਾਡੇ ਅੰਦਰ ਹੈ ਤੇ ਪਾਣੀ ਕਿਆ ਸਾਡੇ ਬਾਹਰ ਨਹੀਂ ਹੈ? ਨਦੀਆਂ, ਨਾਲੇ, ਸਮੁੰਦਰਾਂ ਵਿੱਚ ਪਾਣੀ ਨਹੀਂ ਹੈ ਜੀ। ਇਹ ਨੇਚਰ ਦੀ ਸੈਕੰਡ ਰਿਐਲਿਟੀ ਆ ਗਈ। ਫਿਰ ਆ ਗਈ ਕਿ ਅਗਰ ਪਾਣੀ ਸਮੁੰਦਰਾਂ ਦੇ ਵਿੱਚ ਹੈ ਤੇ ਕਿਆ ਆਸਮਾਨ ਵਿੱਚ ਨਹੀਂ ਹੈ, ਹਵਾ 'ਚ ਨਹੀਂ ਹੈ? ਰੋਸ਼ਨੀ ਜੇ ਸਭ ਪਾਸੇ ਹੈ ਤੇ ਕਿਆ ਸੂਰਜ ਦੇ ਵਿੱਚ ਰੋਸ਼ਨੀ ਨਹੀਂ ਹੈ? ਪਿੱਛੇ ਸੂਰਜ ਨਹੀਂ ਹੈ ਰੋਸ਼ਨੀ ਦੇਣ ਵਾਲਾ ਜੀ? ਸੈਕੰਡ ਲੈਵਲ ਆਫ ਰਿਐਲਿਟੀ ਆ ਗਿਆ ਵੀ ਹੈ। ਥਰਡ ਲੈਵਲ ਆ ਗਿਆ तो सूरज अगर पीछे रोशनी देने वाला है तो सूरज ਨੂੰ ਕਿਹਨੇ ਬਣਾਇਆ ਜੀ? सूरज ਨੂੰ ਕਿਹਨੇ ਬਣਾਇਆ? तो ਇਹ फोर्थ ਲੈਵਲ ਆਫ ਰਿਐਲਿਟੀ ਤੇ ਜਿਹੜੇ ਅਸੀਂ ਜਾਵਾਂਗੇ ਉਸ ਤੋਂ ਪਿੱਛੇ ਜਾਵਾਂਗੇ ਤੇ ਉੱਥੇ ਜਾ ਕੇ ਸਾਨੂੰ ਸਮਝਣੀ ਪਏਗੀ ਗੱਲ ਕਿ ਅਲਟੀਮੇਟਲੀ ਨੇਚਰ ਆਫ ਰਿਐਲਿਟੀ ਹੈ ਜੀ ਹੈ। ਤੇ ਜਿੱਥੋਂ ਗੱਲ ਸਮਝ ਆਉਂਦੀ ਹੈ ਕਿ ਜਿਹਨੂੰ ਮਹਾਰਾਜ ਨੇ ਇਹਦਾ ਰਚਨਹਾਰ ਕਿਹਾ, ਇਸ ਸਮੁੱਚੇ ਸਿਸਟਮ ਦਾ ਮਹਾਰਾਜ ਨੇ ਸਮੁੱਚੇ ਸਿਸਟਮ ਪੂਰੇ ਬ੍ਰਹਮੰਡ ਨੂੰ ਕਿਹਾ ਕਿ ਸਾਰਾ ਬ੍ਰਹਮੰਡ ਸਮੁੱਚਾ ਨੇਚਰ ਸਿਸਟਮ ਆਫ ਨੇਚਰ ਉਹਨੂੰ ਗਾ ਰਿਹਾ। ਗਾਵਨ ਤੁਧਨੋਂ ਖੰਡ ਮੰਡਲ ਭ੍ਰੈ ਮੰਡਾ ਕਰ ਕਰ ਰੱਖੇ ਤੇਰੇ ਧਾਰੇ ਜੀ। ਹੁਣ ਇਹ ਯੂਨੀਵਰਸ ਵਿੱਚੋਂ ਕਿਆ ਫੋਰਸਿਸ ਵੱਖਰੀਆਂ ਕਰਨਗੇ ਜੀ? ਜੇ ਯੂਨੀਵਰਸ ਵਿੱਚੋਂ ਫੋਰਸਿਸ ਵੱਖਰੀਆਂ ਕਰਦੇ ਨੇ ਤੇ ਸਮੁੱਚਾ ਸਿਸਟਮ ਆਫ ਨੇਚਰ ਕੀ ਹੈ? ਇੱਥੇ ਤੇ ਮਹਾਰਾਜ ਕਹਿ ਰਹੇ ਕਿ ਸਮੁੱਚਾ ਸਿਸਟਮ ਆਫ ਨੇਚਰ ਤੈਨੂੰ ਗਾ ਰਿਹਾ ਜੀ। ਕਿਹਨੂੰ ਗਾ ਰਿਹਾ? ਉਹ ਅਕਾਲ ਪੁਰਖ ਨੂੰ ਗਾ ਰਿਹਾ। और एक होर देखो मैं तो दसना, जिन किए खंड मंडल भ्रੈ मंडा जी, किसे तो डिक्शनरी की लोड़ नहीं है। जिन किए खंड मंडल भ्रੈ मंडा सो प्रभ लखन ना जाई जी। वो प्रभ लिखिया नहीं जा सकता, लेखा होए तो लिखिए, लेखे होए विनाश। दसो तुहाडी मेरी ते मेरी जुबान है, बिल्कुल जी, ये सारे पंजाब की जुबान है जी, सारे सिखा की जुबान है। किसी प्रोफेसर साहब सिंह जी, किसी डॉक्टर कुलबीर थिंड की लोड़ नहीं इन्नी सारी गल समझण विच। जिन कीए खंड मंडल भ्रੈ मंडा सो प्रभ लखन ना जाई जी। समुचा सिस्टम जिन्हें बनाया, समुचे खंड मंडल ब्रह्मांड जिन्हें बनाया जी, समुचा सिस्टम ऑफ नेचर जिन्हें बनाया, वो प्रभ लिखिया नहीं जा सकता, उसका लेखा नहीं असीं कर सकते। इस तो होर क्लैरिटी बाणी ने आप अर्थ कीते ने ओंकार दे, ठीक है जी। ये उन्होंने एको कह लैण, जो मर्जी कह लैण। जिथे महाराज ने एको लिखना सी उत्थे लिखिया एको है, बई एको है, साहिब मेरा एको है जी। ते जो उन्होंने उन्होंने एको ही लिखना होता तो उत्थे भी एको ही लिख देंदे, बिल्कुल। एक पा के ऊड़ा पाण दी की लोड़ सी खुले खुले वाला,
ਵੱਡੀ ਕਾਰ ਵਾਲਾ, ਉੱਥੇ ਵੀ ਏਕੋ ਹੀ ਲਿਖ ਦਿੰਦੇ ਜੀ, ਕਿਉਂਕਿ ਏਕੋ ਬਾਣੀ 'ਚ ਬੜੀ ਵਾਰੀ ਆਇਆ, ਏਕੋ ਹੈ ਬਈ ਏਕੋ ਹੈ ਸਾਇ ਮੇਰਾ ਏਕੋ ਹੈ ਜੀ। ਉੱਥੇ ਕਿਉਂ ਨਾ ਏਕੋ ਲਿਖਿਆ? ਸੋ ਉਹਦਾ ਉਚਾਰਨ ਕੁਝ ਵੀ ਕਰ ਲੈਣ। ਸਵਾਲ ਇਹ ਹੈ, ਇਸ ਸਮੁੱਚੇ ਸਮੁੱਚੀ ਨੇਚਰ ਨੂੰ ਇੰਕਲੂਡਿੰਗ ਇਹਦੇ ਸਿਸਟਮ, ਇਹਦੇ ਰੂਲਸ ਰੈਗੂਲੇਸ਼ਨ, ਇਹਦੀਆਂ ਬ੍ਰਿਤੀਆਂ ਨੂੰ ਬਣਾਉਣ ਵਾਲਾ ਇੱਕ ਪਰਮਾਤਮਾ ਹੈ, ਜਿਹਨੂੰ ਪਰ ਮਹਾਰਾਜ ਨੇ ਕਿਹਾ ਗਾਵਣ ਤੁਧਨੋਂ ਖੰਡ ਮੰਡਲ ਪ੍ਰੈਮੰਡਾ ਕਰ ਕਰ ਰੱਖੇ ਤੇਰੇ ਤਾਰੇ, ਜਿਨ ਕੀ ਇਹ ਖੰਡ ਮੰਡਲ ਪ੍ਰੈਮੰਡਾ ਸੋ ਪ੍ਰਭ ਲਖਣ ਨਾ ਜਾਏ। ਜੀ ਅੱਗੇ ਚਲਾਈਏ ਜੀ, ਅੱਗੇ ਚਲਾਓ। ਹਾਂਜੀ, ਪਾਤਸ਼ਾਹ ਲਿਖਦੇ ਸਗਲਿਆਂ ਭਉ ਲਿਖਿਆ ਸਿਰ ਲੇਖ, ਕਰ ਲਓ ਅਰਥ। ਬ੍ਰਹਮੰਡ ਦੀ ਹਰ ਸ਼ੈ ਦੇ ਮੱਥੇ ਤੇ ਸਿਸਟਮ ਰੂਪੀ, ਸਿਸਟਮ ਆਫ ਨੇਚਰ ਰੂਪੀ ਰੱਬ ਦੀ ਮਰਜ਼ੀ ਦਾ ਲੇਖ ਲਿਖਿਆ ਹੋਇਆ ਜੀ। ਬ੍ਰਹਮੰਡ ਦੀ ਹਰ ਸ਼ੈ ਦੇ ਮੱਥੇ ਤੇ ਜੀ, ਬ੍ਰਹਮੰਡ ਦੀ ਹਰ ਸ਼ੈ ਦਾ ਮਤਲਬ ਇਹ ਹੋਇਆ ਜੋ ਬ੍ਰਹਮੰਡ ਹੈ, ਜੋ ਮੈਟਰ ਹੈ ਔਰ ਜੋ ਮੈਟਰ ਦੀ ਬ੍ਰਿਤੀਆਂ ਜੀ, ਉਹ ਆਉਂਦੀਆਂ ਹਰ ਸ਼ੈ ਦੇ ਵਿੱਚ। ਔਰ ਇਹ ਹਰ ਸ਼ੈ ਨੂੰ ਖੁਦ ਡਿਵਾਈਡ ਕਰ ਰਹੇ ਨੇ ਜੀ। ਉਧਰੋਂ ਹਰ ਸ਼ੈ ਕਹਿ ਰਹੇ ਨੇ ਔਰ ਉਧਰੋਂ ਸਿਸਟਮ ਆਫ ਨੇਚਰ ਵਗੈਰਾ ਪੇਸ਼ ਕਰ ਰਹੇ ਨੇ ਜੀ। ਇਹ ਸਿਸਟਮ ਆਫ ਨੇਚਰ ਜਿਹੜਾ ਉਹ ਬ੍ਰਹਮੰਡ ਦੀ ਹਰ ਸ਼ੈ ਵਿੱਚ ਨਹੀਂ ਆਉਂਦਾ, ਉਹ ਵੱਖਰਾ ਹੈ, ਜਦਕਿ ਉਹ ਵੱਖਰਾ ਨਹੀਂ ਹੈ। ਬ੍ਰਹਮੰਡ ਦੀ ਹਰ ਸ਼ੈ ਦੇ ਵਿੱਚ ਹੋਰ ਫੰਡਾਮੈਂਟਲ ਫੋਰਸਿਸ ਵੀ ਆਉਂਦੀਆਂ ਨੇ। ਠੀਕ ਹੈ ਜੀ। ਉਹ ਬ੍ਰਹਮੰਡ ਨਾਲੋਂ ਵੱਖਰੀਆਂ ਨਹੀਂ ਹਨ ਜੀ। ਉਸ ਬ੍ਰਹਮੰਡ ਨਾਲੋਂ ਵੱਖਰੀ ਨਹੀਂ ਹਨ ਜਿਹੜਾ ਬ੍ਰਹਮੰਡ ਉਹਨੂੰ ਗਾ ਰਿਹਾ ਹੈ ਜੀ, ਪਰਮਾਤਮਾ ਨੂੰ ਗਾ ਰਿਹਾ। ਚਲੋ ਅੱਗੇ। ਉਹਦੇ ਭੈ ਤੋਂ ਬਿਨਾਂ, ਸਿਸਟਮ ਆਫ ਨੇਚਰ ਦੇ ਲਾ ਆਫ ਨੇਚਰ ਤੋਂ ਬਿਨਾਂ ਕੋਈ ਸ਼ੈ ਆਸ ਪਾਸੇ ਜਾ ਨਹੀਂ ਸਕਦੀ। ਮਰਜ਼ੀ ਦਾ ਲੇਖ ਹਰ ਇੱਕ ਸ਼ੈ ਦੇ ਮੱਥੇ ਤੇ ਲਿਖਿਆ। ਨਾਨਕ ਨਿਰਭਉ ਨਿਰੰਕਾਰ ਸੱਚ ਏਕ ਹੈ। ਨਾਨਕ ਬਸ ਇਸ ਕੁਦਰਤ ਦਾ ਅਣਦਿਸਦਾ ਸਮੁੱਚਾ ਸਿਸਟਮ ਆਫ ਨੇਚਰ ਹੈ ਜਿਹੜਾ, ਇਹੀ ਕਿਸੇ ਦੇ ਭੈ ਵਿੱਚ ਨਹੀਂ, ਇਹੀ ਕਿਸੇ ਦੇ ਹੁਕਮ ਚ। ਅਗਲਾ ਵਿਚਾਰ, ਇੱਕ ਹੋਰ ਗੁਣ ਰੱਬ ਦਾ ਪਾਤਸ਼ਾਹ ਦੱਸਦੇ ਆ, ਏਕਾ ਪੁਰਖ ਸਬਾਈ ਨਾਰ। ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਸਮਾਜ ਵਿਗਿਆਨ ਬਾਰੇ ਸਾਡੇ ਪਾਤਸ਼ਾਹਾਂ ਦਾ ਨਜ਼ਰੀਆ ਸਮਝ ਕੇ ਧੰਨ ਹੋ ਗਿਆ। ਹੁਣ ਦੇਖੋ, ਦੇਸ਼ ਦੇ ਸਿਸਟਮ ਦਾ ਭਾਂਡਾ ਤਾਂ ਸਰਕਾਰਾਂ ਸਿਰ ਭੰਨ ਕੇ ਅਸੀਂ ਸੁਰਖਰੂ ਹੋ ਜਾਂਦੇ ਹਾਂ, ਪਰ ਸਮਾਜ ਦਾ ਸਿਸਟਮ, ਪਰਿਵਾਰ ਦਾ ਸਿਸਟਮ ਸੋਹਣਾ ਕਿਹਨੇ ਕਰਨਾ? ਉਹ ਥੋੜਾ ਸਰਕਾਰ ਕਰੂ, ਉਹ ਤਾਂ ਸਾਨੂੰ ਆਪ ਨੂੰ ਕਰਨਾ ਪੈਣਾ। ਤੇ ਸਮਾਜ ਦਾ, ਪਰਿਵਾਰ ਦਾ ਸਿਸਟਮ ਸੋਹਣਾ ਕਰਨ ਵਾਸਤੇ ਚਾਹੀਦਾ ਕੀ ਹੈ? ਸੋਹਣਾ ਨਜ਼ਰੀਆ, ਸੋਹਣੀ ਸੋਚ। ਤੇ ਭਾਰਤ ਵਰਸ਼ ਅੰਦਰ ਮੁੱਢ ਤੋਂ ਹੀ ਸਮਾਜ ਨੂੰ ਸਹੀ ਤੇ ਸੋਹਣੇ ਢੰਗ ਨਾਲ ਚਲਾਉਣ ਲਈ ਜਿਹੜੀ ਸੋਚ, ਜਿਹੜਾ ਨਜ਼ਰੀਆ ਭਾਰੂ ਸੀ, ਉਹ ਸੀ ਮਰਦ ਦੀ ਸਰਦਾਰੀ। ਈਵਨ ਅੱਜ ਤੱਕ ਵੀ ਜੇ ਕੋਈ ਆਪਣੇ ਬੇਟੇ ਲਈ ਰਿਸ਼ਤਾ ਵੇਖਣ ਜਾਵੇ, ਗੱਲਬਾਤ ਰਾਹੀਂ ਦੇ ਵਿੱਚ ਜੇ ਮੁੰਡੇ ਦਾ ਪਿਓ ਘੱਟ ਬੋਲਦਾ, ਸਾਰਿਆਂ ਚ ਟੈਲੈਂਟ ਥੋੜਾ ਹੁੰਦਾ, ਮੁੰਡੇ ਦੀ ਮਾਂ ਗੱਲਬਾਤ ਚ ਜ਼ਿਆਦਾ ਹਿੱਸਾ ਲਵੇ, ਤਾਂ ਇਹ ਕਿਹਾ ਜਾਂਦਾ ਵੀ ਅੱਜ ਘਰੇ ਤਾਂ ਜਨਾਨੀ ਦੀ ਚੱਲਦੀ ਆ। ਉਸ ਘਰੇ ਰਿਸ਼ਤਾ ਕਰਨ ਤੋਂ ਵੀ ਕਿਨਾਰਾ ਕੀਤਾ। ਸੋਚ ਤਾਂ ਉਹੀ ਦਿਮਾਗ ਚ ਬੈਠੀ ਆ ਨਾ ਬਈ ਸਮਾਜ ਚ ਸਭ ਕੁਝ ਪੁਰਸ਼ ਮੁਤਾਬਕ ਚੱਲੇ ਤਾਂ ਹੀ ਸਹੀ ਚੱਲ ਸਕਦਾ। ਹੁਣ ਜਦ ਇਹ ਗੱਲ ਧੁਰ ਅੰਦਰ ਸਾਡੇ ਸਮਾਜ ਵਿੱਚ ਵਸੀ ਹੋਈ ਸੀ, ਪੁਰਸ਼ ਮੁਤਾਬਕ ਪਰਿਵਾਰ ਸਮਾਜ ਚੱਲੇ ਤਾਂ ਹੀ ਸਹੀ ਹੋ ਸਕਦਾ। ਐਸੇ ਹਾਲਾਤ ਵਿੱਚ ਜੇ ਸਾਡੇ ਪਾਤਸ਼ਾਹ ਵੀ ਅੱਜ ਦੇ ਪ੍ਰਚਾਰਕਾਂ ਵਿਦਵਾਨਾਂ ਵਰਗੇ ਹੁੰਦੇ ਤਾਂ ਨਾਰੀ ਸ਼ਕਤੀ ਦੇ ਹੱਕ ਚ 2-4 ਨਾਅਰੇ ਮਾਰ ਦੇਣ। ਪਰ ਸਾਡੇ ਪਾਤਸ਼ਾਹ ਜਾਣਦੇ ਸੀ ਮਨੋਵਿਗਿਆਨ ਨੂੰ, ਧੁਰ ਅੰਦਰ ਵਸੇ ਜਿਹੜੇ ਵਿਚਾਰ ਕੱਢਣ ਵਾਸਤੇ ਯੁਕਤੀ ਅਪਣਾਉਣ। ਕਿਉਂਕਿ ਪੁਰਸ਼ਾਂ ਦੇ ਹੀ ਨਹੀਂ, ਇਸਤਰੀਆਂ ਦੇ ਦਿਮਾਗ ਵਿੱਚ ਵੀ ਇਹ ਗੱਲ ਘਰ ਕੀਤੀ ਹੋਈ ਸੀ ਕਿ ਸਭ ਪੁਰਸ਼ ਮੁਤਾਬਕ ਹੀ ਚੱਲਣਾ ਚਾਹੀਦਾ, ਫੇਰ ਹੀ ਸਹੀ ਹੋ ਸਕਦਾ। ਤੇ ਗੁਰੂ ਪਾਤਸ਼ਾਹ ਇਸ ਵਿਚਾਰ ਨੂੰ ਨਹੀਂ ਛੇੜਦੇ, ਸਗੋਂ ਕਹਿੰਦੇ ਹਾਂ ਭਾਈ ਸਭ ਕੁਝ ਪੁਰਸ਼ ਮੁਤਾਬਕ ਹੀ ਚੱਲਣਾ ਚਾਹੀਦਾ, ਅੰਤ ਮੁਤਾਬਕ ਹੀ ਚੱਲਣਾ ਚਾਹੀਦਾ।
पर पुरुष इत्थे दुनिया ते है ही एक, बाकी तो सारियां इस्त्रियां। ऐसे जग में पुरख एक है, सगड़ी नार सबाई, बाकी तो सारे हुक्म मनने वाले आ। जग जी हुणे भाई साहब दे अगे ना एक दुविधा की है कि करता पुरख कहता जी मूल मंत्र दे विच करता करन वाला क्रिएटर, पुरख करता पुरख वाहिगुरु जी। हुण उहनूं रिजोल्व करने की कोशिश कर रहे हैं कि करता पुरख नूं न्यूट्रलाइज किस तरह किया जाए जी। ये उहदे पासे सर्कस चल रही है, कसरत चल रही है दिमागी कि भी पुरख जगह जगह आया, भाई पुरख आया तो नैचुरली आएगा भी पुरख कौन है जी। इन्होंने कहा नहीं महाराज ने वैसे जनानी आदमी बराबर करने से एक गल कह दी है, और उधरों नाल दे नाले कह रहे हैं कि रिश्ता करना होए तो यह देखा जाता है कि इस घर विच औरत की तो नहीं चलती, इसका मतलब है तस्लीम कर रहे हैं कि औरत की चलती है जी। इस घरां दे विच लोकां विच अक्सर ये देखा जाता है स्पैशली औरत की ज्यादा तो नहीं चलती, इसका मतलब मान रहे कि औरत की समाज भी चलती है जी। ऐसी गल नहीं कि नहीं चलती है। और एक बड़ा बड़ा एक मैटर ऑफ डिस्कशन है कि औरत दी घरां दे अंदर जिहड़ी एक्सप्लोइटेशन है उहदे विच मेजर पार्टिसिपेंट जिहड़ी है वो एक औरत ही हुंदी है जी। एक्सप्लोइटेशन विच अगर असीं जनरल गल करिए कि भाई औरत जिहड़ी है वो बहू और औरत दे रिलेशन दे विच सस वालों ज्यादा एक प्रॉब्लम आंदी है ते कई वारी बहू वालों आंदी है जी। कि औरत दे टकराव दे विच औरत ते औरत दा आपसी टकराव बड़ा बड़ा एक समस्या दा मैटर है, समस्या एक बड़ी बड़ी इशू है, ये भाई साहब उन्होंने मान रहे हैं। और लेकिन उस गल नूं अपनी कंट्राडिक्शन दे विच पेश कर रहे हैं और ये कह रहे हैं कि भाई महाराज ने ये जिहड़ा लिखिया है कि उन्होंने क्या सब एक पुरख है। अगर तुसी कुदरत दी स्ट्रिक्ट डेफिनेशन लैनी है कि अपने कारज में आप समाए दी तो फिर तुसी सारे अपने आप दे नालों सिंह शब्द ही उतार लो जी। अगर औरत दी बराबरी तुसी देना ही है सन्मान ते अपने सारे अपना नावां दे नाल कोर लगा लो जी, सारे जनानियां बन जाओ, क्यों नहीं एक्सेप्ट कर लेंदे तुसी? ਇਹਦਾ अर्थ फिर की ਕੀਤਾ ਜਾਵੇਗਾ ਜਿਹੜੀ ਉਹਨਾਂ ਨੇ ਗੁਰਬਾਣੀ ਦੀ ਇੱਕ ਤੁਕ ਬੋਲੀ ਸੀ ਕਿ ਇਸ ਜਗ में एक पुरख है, ਇਦਾਂ ਦਾ ਕੋਈ ਮੈਂ ਮਾਫੀ ਚਾਹੁੰਦਾ ਜੇ ਮੇਰੇ ਮੂੰਹ ਚੋਂ महाराज ने इस वास्ते वरतिया कि महाराज ने यह कीता है, ਉਹਦਾ अर्थ इस हिसाब नाल कीता है, इस वास्ते कीता है क्योंकि स्त्री दी जिहड़ी डिवोशन हुंदी है अपने घरले दे प्रति जी कि वो अपना घर छड्ड के पति दे घर जाती है एक विश्वास के नाल जी। और एक परंपरा भी है साडी जिहदे नाल जाती है और उत्थे रहिंदी है अपना पिछला सारा जीवन छड्ड के। इस मैटाफोर नूं गुरु साहब ने यूज किया है कि इस तरह ही असीं परमात्मा दे प्रति जिहड़ी है वो डिवोशन रखी है अपने आप नूं मैटाफोरिकली औरत के रूप में रख के जी। कि जिस तरह वो साडा खामिद है, ठीक है जी, वो साडा मालक है जी, वो साडा मालक है, असीं उहदे प्रति डिवोटेड हाँ। जिस तरह एक जिहड़ी पत्नी है, जिस तरह महाराज ने बाणी च कहा कि सह की सार सुहागण जाने जी, ठीक है ना, तन मन दे ना अंतर राखे जी, अवरा देख न सुने न भाखे जी। जिहड़ी औरत हुंदी है डिवोटेड वो पति नूं अपना तन भी सौंपदी है ते मन भी सौंपदी है ते फिर दूसरे किसी नूं नहीं देखती जी जी जी। ऐसी औरत दे मैटाफोर नूं उन्होंने यूज किया है कि भाई इस तरह का संबंध जिहड़ा असीं परमात्मा दे नाल रखना, ठीक है जी, कि असीं अपनी जहनीयत और अपनी शख्सियत उन्होंने सौंपनी है जी, और उन्होंने एक खसम के रूप में असीं देखना, ठीक है जी। ये क्योंकि आदमी और औरत का संबंध सारी दुनिया जानती है जी जी। इस संबंध का मैटाफोर यूज किया उन्होंने, ठीक है जी। और चूंकि ये भाई साहब ने कर्ता पुरख को न्यूट्रलाइज करना कि कर्ता पुरख का की मीनिंग करन जी, तो उस चक्कर दे विच हुण इधर नूं चल पे जी। अगे चलाइए जी, चलाओ जी। आईयां नूं इस्त्रियां कह दिता, सारियां नूं इस्त्रियां कहता, इसदा ही मतलब है कि इत्थे गल मेल फीमेल नहीं हो रही, गल हो रही है समाज नूं परिवार नूं सोहना बनाउण लई चलना किहदे मुताबिक है, किहड़ा है पुरुष जिहदे मुताबिक चलिए सारा कुछ सही हो जाए, किहदे मुताबिक चलिए कि ਉਹਦੇ ਮੁਤਾਬਕ ਚੱਲਣ ਵਿੱਚ ਸਾਡੀ ਈਗੋ ਨੂੰ ਵੀ ਸੱਟ ਨਾ ਵੱਜੇ।
ਕਿਹਦੇ ਮੁਤਾਬਕ ਚੱਲਣ ਵਿੱਚ ਸਾਨੂੰ ਸ਼ਰਮ ਨਹੀਂ ਆਉਂਦੀ। ਇਹਨੂੰ ਆਪਣਾ ਖਸਮ ਕਹਿਣ ਵਿੱਚ ਨਾਨਕ ਨੂੰ ਵੀ ਮਾਣ ਮਹਿਸੂਸ ਹੋ ਰਿਹਾ। ਕਿਹੜਾ ਹੈ ਉਹ ਖਸਮ, ਕਿਹੜਾ ਹੈ ਉਹ ਕੰਤ, ਕਿਹੜਾ ਹੈ ਉਹ ਪੁਰਖ। ਬਿਲਕੁਲ ਜੀ, ਇਸ ਸ੍ਰਿਸ਼ਟੀ ਵਿੱਚ ਇੱਕ ਹੀ ਖਸਮ ਹੈ, ਉਹ ਹੈ ਕੁਦਰਤ ਦਾ ਸਮੁੱਚਾ ਸਿਸਟਮ, ਲਾਅ ਆਫ ਨੇਚਰ। ਜਿਹਦੇ ਮੁਤਾਬਕ ਚੱਲ ਕੇ ਸਾਡਾ ਸਮਾਜ ਸੋਹਣਾ ਬਣ ਸਕਦਾ ਹੈ। ਸਾਡੇ ਪਰਿਵਾਰਾਂ ਚ ਕਲੇਸ਼ ਦੀ ਥਾਂ ਤੇ ਹਾਸਿਆਂ ਦੀਆਂ ਗੁੰਜਾਰਾਂ ਪੈ ਸਕਦੀਆਂ। ਜੇ ਇਸ ਸੱਚ ਨੂੰ ਅਸੀਂ ਸਮਝ ਲਈਏ ਫਿਰ ਸਾਨੂੰ ਆਪਣੀ ਕਈ ਗੱਲ ਤੋਂ ਪਿੱਛੇ ਹਟਣ ਵਿੱਚ ਹੀਣ ਭਾਵਨਾ ਮਹਿਸੂਸ ਨਹੀਂ ਹੋਣੀ, ਕਿਉਂਕਿ ਸਾਨੂੰ ਪਤਾ ਹੋਣਾ ਵੀ ਜੇ ਨਾਸਾ ਵਾਲਿਆਂ ਨੇ ਵੀ ਰਾਕਟ ਚੜਾਉਣਾ ਨਾ, ਉੱਥੇ ਨਾਸਾ ਵੀ ਧਰਤੀ ਤੋਂ ਪੁਲਾੜ ਵੱਲ ਕਿੱਦਾਂ ਲਾਅ ਆਫ ਨੇਚਰ, ਸਿਸਟਮ ਆਫ ਨੇਚਰ ਨੂੰ ਸਮਝ ਕੇ ਉਹਦੇ ਮੁਤਾਬਕ ਉਹਦੇ ਭਾਣੇ ਚ ਉਸ ਪੰਧ ਚ ਪਾ ਕੇ ਰਾਕਟ ਨੂੰ ਭੇਜਦੀ ਹੈ। ਲਾਅ ਆਫ ਨੇਚਰ, ਪੁਰਖ ਤੇ ਨਾਸਾ ਵਰਗੀ ਤਕੜੀ ਸੰਸਥਾ ਵੀ ਨਾਰ ਹੈ, ਕੁਦਰਤ ਦੇ ਸਿਸਟਮ ਰੂਪੀ ਪੁਰਖ ਦੇ ਵਿਰੁੱਧ ਨਹੀਂ ਜਾ ਸਕਦੀ। ਬਾਬਰ ਨੂੰ ਮੂੰਹ ਦੇ ਜਾਬਰ ਕਹਿਣ ਵਾਲੇ ਸਾਡੇ ਸ਼ੇਰ ਦਿਲ ਨਾਨਕ ਪਾਤਸ਼ਾਹ ਕਿਹਦਾ ਮੁੱਲ ਖਰੀਦਿਆ ਲਾਲਾ ਗੋਲਾ ਖਵਾਉਣ ਵਿੱਚ ਮਾਣ ਮਹਿਸੂਸ ਕਰਦੇ ਹੋਣਗੇ। ਬੇਸ਼ੱਕ ਮੇਰਾ ਮੰਨਣਾ ਹੈ ਨਿਰਾਕਾਰ ਸੁਪਰ ਫੋਰਸ ਲਾਅ ਆਫ ਨੇਚਰ ਹੀ ਹੈ, ਉਹ ਜਿਹਦੇ ਅੱਗੇ ਗੁਰੂ ਪਾਤਸ਼ਾਹ ਕਹਿ ਰਹੇ ਆ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਮਾਣ ਮਹਿਸੂਸ ਕਰਦੇ। ਅੱਗੇ ਆ ਜਾਓ, ਰੱਬ ਦੀ ਨਿਸ਼ਾਨੀ ਆ, ਥਾਪਿਆ ਨਾ ਜਾਏ, ਕੀਤਾ ਨਾ ਹੋਵੇ। ਰੱਬ ਦੇ ਅਰਥ ਕਰ ਲਓ ਲਾਅ ਆਫ ਨੇਚਰ, ਇਹਨੂੰ ਸਥਾਪਨ ਨਹੀਂ ਕੀਤਾ ਜਾ ਸਕਦਾ, ਲਾਅ ਆਫ ਨੇਚਰ ਨੂੰ ਬਣਾਇਆ ਨਹੀਂ ਜਾ ਸਕਦਾ। ਗੱਲ ਸਪਸ਼ਟ ਹੈ ਜੀ। ਥਾਪਿਆ ਨਾ ਜਾਏ, ਕੀਤਾ ਨਾ ਹੋਵੇ। ਜੇ ਭਾਈ ਸਾਹਿਬ ਨੂੰ ਕੋਈ ਉੱਥੇ ਸਾਇੰਸ ਜਾ ਕੇ ਪੜ੍ਹਨ ਥੋੜੀ ਜੀ ਕਿ ਲਾਅ ਆਫ ਨੇਚਰ ਫੰਡਾਮੈਂਟਲ ਇੰਟਰੈਕਸ਼ਨਸ ਕਿੱਥੋਂ ਆਉਂਦੀਆਂ ਜੀ, ਉਹ ਕਿਸ ਤਰ੍ਹਾਂ, ਉਹਨਾਂ ਦਾ ਕੀਤਾ ਕਿਸ ਤਰ੍ਹਾਂ ਹੁੰਦਾ ਹੈ, ਤੇ ਸਾਰਾ ਕਲੀਅਰ ਕਰ ਚੁੱਕੀ ਸਾਇੰਸ ਜੀ। ਫਿਰ ਮਹਾਰਾਜ ਨੇ ਕੀ ਕੀਤਾ, ਮਹਾਰਾਜ ਨੇ ਫਿਰ ਗਲਤ ਲਿਖਿਆ ਕਿ ਥਾਪਿਆ ਨਾ ਜਾਏ, ਕੀਤਾ ਨਾ ਹੋਵੇ। ਇਹ ਭਾਈ ਸਾਹਿਬ ਦੇ ਜਿਹੜੇ ਪਹਿਲੇ 15 ਮਿੰਟ ਸੀ ਨਾ ਕੈਸਟ ਦੇ, ਉੱਥੇ ਹੀ ਇਹਨਾਂ ਦਾ ਸਾਰਾ ਆਰਗੂਮੈਂਟ ਰੇਤ ਦੀ ਦੀਵਾਰ ਵਰਗਾ, ਕੰਧ ਵਰਗਾ ਬਿਖਰ ਚੁੱਕਾ ਹੈ, ਜਾਂ ਤਾਸ਼ ਦੇ ਪੱਤਿਆਂ ਦੇ ਮਹਿਲ ਵਰਗਾ ਬਿਖਰ ਚੁੱਕਾ ਹੈ। ਜੀ। ਕਿਉਂਕਿ ਭਾਈ ਸਾਹਿਬ ਨੂੰ ਇੰਨਾ ਨਹੀਂ ਪਤਾ ਕਿ 4 ਫੰਡਾਮੈਂਟਲ ਫੋਰਸਿਸ ਜਿਹੜੀਆਂ ਨੇ, ਉਹ ਜਿਹੜੀ ਮੇਨਲੀ ਜਿਹੜੇ 3 ਫੰਡਾਮੈਂਟਲ ਫੋਰਸਿਸ ਨੇ, ਉਹ ਕੀਤੀਆਂ ਹੋਈਆਂ ਨੇ ਪਦਾਰਥ ਦੀਆਂ ਜੀ, ਔਰ ਉਹਨਾਂ ਦੇ ਫੀਲਡ ਪਛਾਣੇ ਜਾ ਚੁੱਕੇ ਨੇ। ਇਲੈਕਟ੍ਰੋਮੈਗਨੈਟਿਕ ਫੀਲਡ ਦੀ ਆਇਡੈਂਟੀਫਿਕੇਸ਼ਨ ਹੈ। ਠੀਕ ਹੈ ਜੀ। ਕਿਸ ਤਰ੍ਹਾਂ ਹੁੰਦਾ, ਕਿਹੜਾ ਫੀਲਡ ਵੱਡਾ ਹੁੰਦਾ, ਕਿਹੜਾ ਛੋਟਾ ਹੁੰਦਾ, ਕਿਸ ਫੋਰਸ ਦਾ ਫੀਲਡ ਵੱਡਾ, ਕਿਸ ਫੋਰਸ ਦਾ ਫੀਲਡ ਛੋਟਾ ਹੈ ਜੀ, ਇਹ ਸਾਰਾ ਸਾਇੰਟਿਸਟ ਜਾਣ ਚੁੱਕੇ ਨੇ। ਔਰ ਬਣਦੀਆਂ ਕਿੱਥੋਂ ਨੇ ਵੀ ਜਾਣ ਚੁੱਕੇ ਨੇ ਜੀ, ਉਹ ਬਣੀਆਂ ਕਿੱਥੋਂ ਨੇ ਵੀ ਜਾਣ ਚੁੱਕੇ ਨੇ। ਤੇ ਭਾਈ ਸਾਹਿਬ ਕਹਿੰਦੇ ਨੇ ਕਿ ਥਾਪਿਆ ਨਾ ਜਾਏ, ਕੀਤਾ ਨਾ ਹੋਵੇ। ਜਦ ਇੱਕ ਚੀਜ਼ ਬਣੀ, ਸਾਨੂੰ ਪਤਾ ਕਿ ਪਾਰਟੀਕਲਸ ਦੀ ਇੰਟਰੈਕਸ਼ਨ ਤੋਂ ਬਣੀ ਹੈ, ਕੀਤਾ ਨਾ ਜਾਏ ਤਾਂ ਮਤਲਬ ਕੀ ਬਚਿਆ ਜੀ। फिर तो सब गाली क्लियर होगी ना जी। ये फिर तो जबरदस्त कन्फ्यूजन, सेल्फ कंट्राडिक्टरी फिलोसफी के ऊपर चल रहे हैं गुरबाणी के अनुसार, और साइंस ਨੂੰ ਵਿੱਚ ਮਿਕਸ ਕੀਤਾ ਹੋਰ ਫਸ ਗਏ। ਤੁਸੀਂ ਆਪਣੀ ਕੋਈ ਗੱਲ ਕਹਿਣੀ ਹੈ ਵੱਖਰੇ ਤੌਰ ਉੱਪਰ, ਤੁਸੀਂ ਕਹੋ ਜੀ ਅਸੀਂ ਗੁਰਬਾਣੀ ਨਾਲ ਸਹਿਮਤ ਨਹੀਂ ਹਾਂ, ਅਸੀਂ ਵੱਖਰੇ ਤੌਰ ਤੇ ਇਹ ਗੱਲ ਸਮਝਦੇ ਹਾਂ ਜੀ। ਗੱਲ ਸਮਝ ਆਉਂਦੀ ਹੈ, ਜਿਹੜੀ ਗੱਲ ਗੁਰਬਾਣੀ 'ਚ ਹੈ ਨਹੀਂ ਹੈ, ਜਿਹੜੀ ਗੁਰਬਾਣੀ ਦੇ ਵਿੱਚ ਹੈ ਨਹੀਂ ਇਹ ਗੱਲ, ਤੁਸੀਂ ਉਹਦੇ ਵਿੱਚ ਅੱਧਾ ਸੱਚ ਪੇਸ਼ ਕਰਕੇ, ਪੰਕਤੀਆਂ ਛਾਂਟ ਕੇ ਪੰਕਤੀਆਂ ਪੇਸ਼ ਕਰਕੇ, ਤੇ ਤੁਸੀਂ ਕਹਿੰਦੇ ਸਮੁੱਚਤਾ ਚ। ਜਾਂ ਤੇ ਦੇਖੋ ਇਹਨਾਂ ਨੂੰ ਪਤਾ ਕੀ ਚਾਹੀਦਾ, ਇਹ ਪੂਰੇ ਗ੍ਰੰਥ ਸਾਹਿਬ ਦਾ ਇੱਕ ਟੀਕਾ ਕਰਨ ਜੀ, ਇਹ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਨ, ਤੇ ਇਹਨਾਂ ਨੂੰ ਪਤਾ ਚੱਲੇ ਨਾ ਕਿਹੜਾ ਸ਼ਬਦ ਕਿੱਥੇ ਆ, ਕੀ ਕਹਿ ਰਿਹਾ ਜੀ। ਕੀਤਾ ਇਹਨਾਂ ਨੇ ਹੈ ਨਹੀਂ ਹੈ, ਟੀਕਾ ਇਹਨਾਂ ਨੇ ਕੀਤਾ ਨਹੀਂ ਹੈ, ਤੇ ਕਹਿੰਦੇ ਜਿਹੜਾ ਹੋਏ ਦੇ ਟੀਕੇ ਨੇ, ਜਿਹੜੇ ਕੋਸ਼ਾਂ ਆਧਾਰ ਦੇ ਉੱਪਰ ਟੀਕੇ ਹੋਏ ਨੇ, ਜਿਹੜੀ ਜ਼ੁਬਾਨ ਦੀ ਪਰੰਪਰਾ ਦੇ ਆਧਾਰ ਉੱਪਰ ਟੀਕੇ ਹੋਏ ਨੇ, ਜੋ ਅਸੀਂ ਬੋਲ ਰਹੇ ਹਾਂ ਉਹਦੇ ਆਧਾਰ ਉੱਪਰ ਟੀਕੇ ਹੋਏ ਨੇ, ਉਹਨਾਂ ਨੂੰ ਕਹਿ ਰਹੇ ਸੀ ਮੰਨਣੇ ਨਹੀਂ, ਅਸੀਂ ਆਪਣੇ ਅਰਥ ਆਪ ਕਰਨੇ। ਤੇ ਜੇ ਆਪ ਕਰਨੇ ਤੁਸੀਂ ਆਪ ਕਰੋ ਤਾਂ ਸਹੀ ਪੂਰੇ,
पहले पूरा गुरु ग्रंथ साहब स्टडी करो। हुण आंदा गुरु ग्रंथ साहब जांदा तुद आपे सृष्ट उपाई जी, तुद आपे सृष्ट सब कोई, तू आपे सारी सृष्टि जिहड़ी है उपाई है। ते जिहड़े सृष्टि परमात्मा ने आप उपाई ते उस सृष्टि दे विच ही 4 फंडामेंटल फोर्सेस ने, ये उन्हां नूं फोर्सेस नूं अलग क्यों कर रहे हैं? जी जी जी, ये तो इन्हां दी बुद्धि विच अलग है ना। हुण अख और अख की दृष्टि बखरी थोड़ी है जी, असं दो चीज़ां कर लीए, वो अख की कैपेसिटी के विचों निकली है ना। अख की एक वृद्धि है, अख का करैक्टरिस्टिक्स है कि वो दृष्टि जी नजर आती है, अनलैस उसको खराबी ना आ जाए जी। इस तरह ही पार्टिकल्स की इंटरैक्शन तो इनहेरिटेड पूरी नेचर है कि पार्टिकल्स के अंदर ही फंडामेंटल फोर्सेस जी उन्होंने इंटरप्ले दे नाल बनदियां और विज्ञानिक उन्होंने पछाण लिया कि किस तरह पैदा होंदियां, कित्थों पैदा होईयां। ये कहते थापिया ने जाए कीता ना होवे, इन्हां दा फंडामेंटल प्रिंसिपल तो इत्थे ही डिफीट हो जाता। ये फोर्सेस नूं कह रहे हैं कि थापियां नहीं जांदियां जी, कीतियां नहीं होईयां। साइंस कहती है कि वो एक पर्टिकुलर टाइम ते बणियां, एक पर्टिकुलर टाइम ते होंदी चाहिए और इस तरह होंदी चाहिए। ठीक है जी, अगे चलो। अगर सुन जाने वाले होर अगे आ वैन नावै ना ही कोठाओ, रब दी होंद बिना कोई थां नहीं। 10 दिन साडे प्रचारक ते विद्वान लॉ ऑफ नेचर तो बिना कोई थां खंडा ब्रह्मंडा पतालां दीपां विच कुदरत का अदृख सिस्टम, कुदरत का निजम हर थां वरत रहा। एक होर निशानी रब दी बादशाह दसदे आ, हर जैसा तैसा ओही जाऊं हरक गुण गाए। आ देख लो सबूत आ गया बई रब वर्गा तो रब ही है, ओदे गुण किसी नाल मिल नहीं सकते। नहीं ओदे गुण किसी नाल मिल नहीं सकते, ते जे मिल रहे आ ਇਹਦਾ मतलब की होया? ਇਹਦਾ मतलब ਇਹ ਹੋਇਆ ਵੀ ਜੇ ਆਪਾਂ ਕਿਸੇ ਨੂੰ ਪੁੱਛੀਏ ਵੀ ਰੱਬ ਦੇ ਗੁਣ, ਹਰੀ ਦੇ ਗੁਣ, ਪਰਮਾਤਮਾ ਦੇ ਗੁਣ ਆਪਸ ਵਿੱਚ ਮਿਲਦੇ ਆ ਕਿ ਨਹੀਂ ਮਿਲਦੇ, ਅਗਲਾ ਇਹੀ ਆਖੂ ਨਾ ਵੀ ਰੱਬ, ਹਰੀ, ਅੱਲਾ ਸ਼ਕਤੀ ਦੇ ਵੱਖ ਵੱਖ ਨਾਮ ਤੇ ਤਾਂ ਗੁਣ ਮਿਲਦੇ ਆ, ਮਿਲਣੇ ਹੀ ਆ ਗੁਣ ਤਾਂ। ਹੁਣ ਜੋ ਗੁਣ ਰੱਬ ਦੇ, ਹਰੀ ਦੇ ਬਾਣੀ ਚ ਦੱਸੇ ਆ, ਉਹੀ ਗੁਣ ਲਾ ਆਫ ਨੇਚਰ, ਸਿਸਟਮ ਆਫ ਨੇਚਰ ਪੂਰੇ ਕਰ ਰਿਹਾ, ਤਾਂ ਸਪਸ਼ਟ ਹੈ ਕਿ ਕੁਦਰਤ ਦਾ ਸਮੁੱਚਾ ਸਿਸਟਮ, ਲਾ ਆਫ ਨੇਚਰ ਰੱਬ ਦਾ ਅੱਜ ਦੇ ਯੁੱਗ ਦਾ ਨਾਮ ਹੈ। ਉਦੋਂ ਜਿਹੜੇ ਨਾਂ ਗੁਰਬਾਣੀ ਚ ਵਰਤੇ ਉਦੋਂ ਚੱਲਦੇ ਸੀ, ਹਰੀ, ਅੱਲਾ, ਰਾਮ, ਗੋਬਿੰਦ। ਹਾਂਜੀ ਹਾਂਜੀ जी। देखो एक चीज नोट करते जाओ, बार बार कह रहे हैं समुच्चा सिस्टम कुदरत दा जी, समुच्चा सिस्टम, ये उस कुंडी तो बाहर नहीं निकल पा रहे जी। समुच्चा सिस्टम ऑफ नेचर जेड़ा वो परमात्मा है। ते महाराज ने स्पष्ट मैं जिस तरह पहले कहता है, गावन तुदनो खंड मंडल ब्रह्मंडा जी कर रखे थे तारे। ठीक है जी, ये तो रचना रचा करतार, ठीक है, साधो रचना राम वरे, आदि पुरख कारण करतार जी, ठीक है ना। सो ये भाई साहब इतने ज्यादा कंफ्यूज ना, बहुत ही ज्यादा कंफ्यूज हो चुके। बेसिकली इन्होंने गुरबाणी नूं सही तरह विचारे बिना ना, वो बिना साइंस नूं भी सही तरह विचारे जी, इन्होंने काली दे विच परमात्मा नूं हथ पा लिया। वो परमात्मा जिहड़ा इन्होंने जिन्होंने हथ पाया उहदी पकड़ी च नहीं आ रहा, इन्हां दी पकड़ी च नहीं आ रहा। जिस 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 साहिबान नूं, जिस शख्स नूं, जिस पीर नूं, कोई भी होए, मैं होवां कोई भी होए, वो अगर उन्होंने इन्ना नहीं पता कि जिहड़ियां 4 फंडामेंटल इंटरैक्शंस ने वो पार्टिकल्स दी इंटरैक्शंस, वो पार्टिकल्स दे कारण पैदा होईयां जी, वो पार्टिकल्स दी इंटरैक्शन दे विचों निकलियां। ते वो कुदरत नूं की समझेगा, समुचे सिस्टम ऑफ नेचर नूं की समझेगा
ਜਿਹਨੂੰ ਪੂਰੀ 4 ਫੰਡਾਮੈਂਟਲ ਫੋਰਸਿਸ ਦੀ ਸਮਝ ਨਹੀਂ ਹੈ। ਜੀ ਜੀ ਜੀ। ਉਹ ਜਸਪਾਲ ਜੀ ਮੇਰਾ ਕਹਿਣਾ ਇਹ ਹੈ ਕਿ ਗੁਰੂ ਜਿਸ ਵੇਲੇ ਇਹਨਾਂ ਭਾਈ ਸਾਹਿਬ ਨੇ ਗੱਲ ਕਹਿ ਦਿੱਤੀ ਨਾ, ਪਿਛਲੇ ਐਪੀਸੋਡ 'ਚ ਆਪਾਂ ਵਿਚਾਰ ਆਏ ਹਾਂ, ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਜੀ, ਉਹ ਉੱਥੇ ਹੀ ਇਹ ਸੈਲਫ ਡਿਫੀਟਡ ਜੀ ਆਪਣੇ ਆਰਗੂਮੈਂਟ 'ਚ ਹਾਰ ਚੁੱਕੇ, ਸੰਪੂਰਨ ਤੌਰ ਤੇ ਹਾਰ ਚੁੱਕੇ। ਇਹਨਾਂ ਕੋਲੋਂ ਹੁਣ ਰੱਬ ਛੱਡਣ ਤੋਂ ਸਿਵਾਏ ਕੋਈ ਚਾਰਾ ਨਹੀਂ ਰਿਹਾ ਕਿ ਰੱਬ ਕਹਿਣਾ ਹੀ ਛੱਡ ਦੇਣ ਕਿਸੇ ਚੀਜ਼ ਜੀ। ਇਹ ਮੇਰੀ ਗੱਲ ਤੁਸੀਂ ਨੋਟ ਕਰ ਲਓ। ਅੱਜ ਮੈਂ ਇਹਦੇ ਬਾਰੇ 'ਚ ਪੋਸਟ ਵੀ ਪਾਈ ਹੈ ਕਿ ਇਹਨਾਂ ਕੋਲ ਹੁਣ ਕੋਈ ਚਾਰਾ ਨਹੀਂ ਬਚਿਆ ਸਿਵਾਏ ਇਹਦੇ ਇਹ ਕਹਿਣ ਕਿ ਨਹੀਂ ਰੱਬ ਬੇਸਿਕਲੀ ਹੈ ਹੀ ਨਹੀਂ ਜੀ, ਇਹ ਨੇਚਰ ਵੀ ਰੱਬ ਨਹੀਂ ਹੈ, ਰੱਬ ਦਾ ਨਾਂ ਲੈਣਾ ਬੰਦ ਕਰ ਦਿਓ। ਇਹ ਹੁਣ ਇੱਥੇ ਤੱਕ ਪਹੁੰਚਣਗੇ ਕਿਉਂਕਿ ਇਹ ਇਹਨਾਂ ਦੇ ਹੱਥੋਂ ਗੱਲ ਨਿਕਲ ਚੁੱਕੀ ਹੈ ਜੀ ਜੀ। ਇਹ ਜਿਹੜੀ ਆਡੀਓ ਹੈ ਇਹਨੂੰ ਵਾਪਸ ਕਿੱਥੇ ਲੈਣਗੇ? ਇਹ ਤੇ ਆਫੀਸ਼ੀਅਲ ਸਟੈਂਡ ਹੈ ਜੀ, ਇਹ ਤੇ ਇੱਕ ਸੰਸਥਾਗਤ ਇਹਨਾਂ ਨੇ ਪ੍ਰਮਾਤਮਾ ਪੇਸ਼ ਕੀਤਾ ਜੀ। ਸਹੀ ਗੱਲ ਹੈ। ਔਰ ਸਾਡੇ ਤੋਂ ਪੁੱਛੇ, ਮੇਰੇ ਕੋਲ ਪੁੱਛ ਕੇ ਨਹੀਂ ਪੰਕਤੀਆਂ ਚੂਜ਼ ਕੀਤੀਆਂ ਇਹਨਾਂ ਨੇ, ਆਪੇ ਚੂਜ਼ ਕੀਤੀਆਂ ਜੀ, ਆਪੇ ਵਰਤੀਆਂ, ਠੀਕ ਹੈ ਨਾ। ਔਰ ਦੇਖੋ ਇੱਕ ਜਗ੍ਹਾ ਥੋੜੀ ਗੁਰਬਾਣੀ 'ਚ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ, ਔਰ ਜਿੱਥੇ ਜਿੱਥੇ ਕੁਦਰਤ ਦੀ ਗੱਲ ਆਈ ਹੈ ਤੇ ਕੁਦਰਤ ਦੇ ਬਾਰੇ ਮਹਾਰਾਜ ਨੇ ਸਪੈਸ਼ਲ ਉਚੇਚੇ ਤੌਰ ਤੇ ਕਹਿ ਦਿੱਤਾ, ਉੱਥੇ ਕਹਿ ਦਿੱਤਾ ਕਿ ਤ੍ਰੈ ਗੁਣ ਤੋਂ ਕ੍ਰੀਏਟਰ ਜਿਹੜਾ ਉਹ ਭਿੰਨ ਹੈ ਜੀ, ਨਿਰਲੇਪ ਹੈ, ਨਿਰਲੇਪ ਹੈ। ਉਹਨੂੰ ਅਸੀਂ ਬੰਨ ਨਹੀਂ ਸਕਦੇ ਕਿ ਸਿਰਫ ਤ੍ਰੈ ਗੁਣਾਂ 'ਚ, ਜਾਂ ਇਹ ਨਹੀਂ ਕਹਿ ਸਕਦੇ ਕਿ ਤ੍ਰੈ ਗੁਣਾਂ ਤੋਂ ਉਹ ਜਿਹੜਾ ਤ੍ਰੈ ਗੁਣਾਂ ਤੋਂ ਨੂੰ ਬਣਾਉਣ ਵਾਲਾ ਹੀ ਜਿਹੜਾ ਉਹ ਤ੍ਰੈ ਗੁਣ ਹੀ ਰੱਬ ਨਾ, ਉਹਨਾਂ ਕਿਹਾ ਤ੍ਰੈ ਗੁਣ ਤੋਂ ਪ੍ਰਭ ਭਿੰਨ। ਔਰ ਫਿਰ ਕਿਹਾ ਤ੍ਰੈ ਗੁਣ ਮੇ ਵਰਤੇ ਸੰਸਾਰ, ਇਹ ਜਿਹੜਾ ਇੰਟਾਇਰ ਮੈਟਰ ਹੈ ਸਾਰਾ ਤ੍ਰੈ ਗੁਣੀ ਆਪਾਂ ਪਿੱਛੇ ਵਿਚਾਰ ਕਰ ਰਹੇ ਹਾਂ। ਭਿੰਨ ਭਿੰਨ ਤ੍ਰੈ ਗੁਣ ਵਿਸਤਾਰ ਜੀ, ਜੋ ਵੀ ਅਸੀਂ ਭਾਂਤ ਦੀ ਚੀਜ਼ਾਂ ਤੱਕ ਰਹੇ ਹਾਂ, ਜੋ ਮਹਿਸੂਸ ਕਰ ਰਹੇ ਹਾਂ, ਇਹ ਸਭ ਤ੍ਰੈ ਗੁਣ ਦੇ ਵਿੱਚ, ਚਾਹੇ ਉਹ ਸਾਨੂੰ ਨਜ਼ਰ ਆ ਰਹੀਆਂ, ਚਾਹੇ ਸਾਨੂੰ ਨਜ਼ਰ ਨਹੀਂ ਆ ਰਹੀ, ਚਾਹੇ ਉਹ ਠੋਸ ਨਜ਼ਰ ਆਉਣ ਵਾਲੀ ਚੀਜ਼ ਹੈ, ਚਾਹੇ ਉਹ ਤਰਲ ਨਜ਼ਰ ਆਉਣ ਵਾਲੀ ਚੀਜ਼ ਹੈ, ਚਾਹੇ ਉਹ ਹਵਾ ਦੇ ਵਿੱਚ ਨਜ਼ਰ ਆਉਣ ਵਾਲੀ ਚੀਜ਼ ਹੈ, ਜਾਂ ਉਹ ਅਨਦ੍ਰਿਸ਼ਟ ਜਿਹਨੂੰ ਇਹ ਫੋਰਸਿਸ ਕਹਿ ਰਹੇ। ਅਗਰ ਫੋਰਸਿਸ ਤ੍ਰੈ ਗੁਣੀਆਂ ਨਾ ਹੁੰਦੀਆਂ ਤੇ ਸਾਇੰਟਿਸਟਾਂ ਨੇ ਕਦੇ ਵੀ ਉਹਨਾਂ ਨੂੰ ਪਛਾਣ ਨਹੀਂ ਸੀ ਸਕਣਾ ਜੀ, ਕਿਉਂਕਿ ਉਹ ਪਛਾਣੀਆਂ ਗਈਆਂ। ਇਹਦੇ ਕਾਰਨ ਪਛਾਣੀਆਂ ਗਈਆਂ ਆਪਣੇ ਗੁਣਾਂ ਦੇ ਕਾਰਨ। ਜਿਹੜੇ ਉਹ ਆਪਣੇ ਗੁਣਾਂ ਦੇ ਕਾਰਨ ਪਛਾਣੀਆਂ ਗਈਆਂ ਤੇ ਤ੍ਰੈ ਗੁਣੀਆਂ ਆ ਗਈਆਂ ਜੀ। ਜਿਹੜੇ ਤ੍ਰੈ ਗੁਣੀਆਂ ਆਈਆਂ ਤੇ ਫਿਰ ਉਹ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਵਾਲੀ ਕੈਟਾਗਰੀ 'ਚ ਨਹੀਂ ਰਹੀ ਜੀ ਜੀ, ਠੀਕ ਹੈ ਨਾ। ਔਰ ਸੋ ਇਹ ਗੱਲ ਹੈ ਕਿ ਇੱਥੋਂ ਤੱਕ ਆਪਾਂ ਇਹ ਐਪੀਸੋਡ ਵਿਚਾਰਿਆ ਜੀ। ਔਰ ਹੁਣ ਮੈਂ ਤੇ ਇਹ ਚੀਜ਼ ਕਹਿ ਰਿਹਾ ਕਿ ਇੱਕ ਬੜੀ ਅੱਛੀ ਗੱਲ ਹੁੰਦੀ ਕਿ ਅਗਰ ਇਹ ਸਾਹਿਬਾਨ ਸਾਡੇ ਸਾਹਮਣੇ ਆ ਕੇ ਆਪਣੀ ਇਸ ਆਡੀਓ ਦੇ ਉੱਪਰ ਵਿਚਾਰ ਕਰਦੇ ਤੇ ਉਹਦੇ ਵਿੱਚ ਬੜਾ ਅੱਛਾ ਇੱਕ ਉਹਦਾ ਇੱਕ ਐਗਜ਼ਾਮਪਲ ਸੈਟਅਪ ਹੁੰਦੀ। ਔਰ એનર્ਜੀ ਕੀ ਹੈ, ਮੈਟਰ ਕੀ ਹੈ, ਔਰ ਗੁਰਬਾਣੀ ਨੇ ਦੇ ਬਾਰੇ 'ਚ ਕੀ ਹੈ, ਭਾਵ ਨਾ ਭਗਤੀ ਨਾ ਸ਼ਿਵ ਸ਼ਕਤੀ ਜੀ। ਜਿਹੜੇ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜੇ ਇੱਕ ਖਾਕਾ ਖਿੱਚਿਆ ਇਸ ਕੁਦਰਤ ਦੀ ਹੋਂਦ ਵਿੱਚ ਆਉਣ ਤੋਂ ਪਹਿਲਾਂ ਦਾ ਜੀ, ਉਹਦੇ ਵਿੱਚ ਪੰਕਤੀ ਉਹਨਾਂ ਨੇ ਕਹੀ ਹੈ, ਭਾਵ ਨਾ ਭਗਤੀ ਨਾ ਸ਼ਿਵ ਸ਼ਕਤੀ ਜੀ, ਠੀਕ ਹੈ ਨਾ। ਕਿ ਨਾ ਮੈਟਰ ਸੀ ਤੇ ਨਾ ਸ਼ਕਤੀ ਸੀ ਜੀ, ਨਾ ਮੈਟਰ ਦੀ ਸ਼ਕਤੀ ਸੀ। ਐਸੀ ਅਵਸਥਾ ਵੱਲ ਵੀ ਇਸ਼ਾਰਾ ਕੀਤਾ। ਅਰਬਦ ਨਵਰਤ ਧੁੰਦਕਾਰਾ ਤਰਣ ਨਾ ਗਗਨ ਹੁਕਮ ਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁਨ ਸਮਾਦ ਲਗਾਏ ਦਾ, ਖਾਣੀ ਨਾ ਬਾਣੀ ਪਵਨ ਨਾ ਪਾਣੀ। ਇਹ ਪਵਨ ਦੀ ਐਗਜ਼ਾਮਪਲ ਦੇ ਰਹੇ ਸੀ ਕਿ ਹਵਾ ਨੂੰ ਤੱਕ ਕੇ ਪ੍ਰਮਾਤਮਾ ਨੂੰ ਸਮਝ ਲਓ ਜੀ। ਉਹਨਾਂ ਨੇ ਕਿਹਾ ਕਿ ਇੱਕ ਐਸੀ ਅਵਸਥਾ ਸੀ, ਖਾਣੀ ਨਾ ਬਾਣੀ ਪਵਨ ਨਾ ਪਾਣੀ, ਉਪਤ ਖਪਤ ਨਾ ਆਵਣ ਜਾਣੀ ਜੀ। ਨਾ ਕੋਈ ਉਤਪਤੀ ਸੀ, ਨਾ ਕੋਈ ਖਪਤ ਸੀ ਨਾ। ਔਰ ਕਿੰਨੀ ਜਗ੍ਹਾ ਬਾਣੀ 'ਚ ਲਿਖਿਆ ਕਿ ਉਹ ਆਪੇ ਹੀ ਆਪਣੀ ਸ੍ਰਿਸ਼ਟੀ ਨੂੰ ਥਾਪ ਕੇ ਉਥਾਪਣ ਵਾਲਾ ਜੀ। ਔਰ ਸਾਡੇ ਵਾਸਤੇ ਕੀ ਹੈ ਸਮੱਸਿਆ? ਇਨਸਾਨ ਨੂੰ ਗੁਰੂ ਪਾਤਸ਼ਾਹ ਜੀ ਨੇ ਆਦੇਸ਼ ਦਿੱਤਾ, ਇੱਕ ਥ੍ਰੈਡ ਦਿੱਤਾ, ਇੱਕ ਲਿੰਕ ਦਿੱਤਾ, ਇੱਕ ਸੂਤਰ ਦਿੱਤਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਨਾਨਕ ਸੱਚ ਦਾਤਾਰ ਸ਼ਨਾਖਤ ਕੁਦਰਤੀ ਜੀ। ਉਸ ਕਾਦਰ ਉਸ ਕਰਤੇ ਦੀ ਜਿਹੜੀ ਸ਼ਨਾਖਤ ਹੈ ਉਹ ਸਾਨੂੰ ਕੁਦਰਤ ਦੇ ਮਾਧਿਅਮ ਹੋ ਸਕਦੀ ਹੈ, ਕਿਉਂਕਿ ਅਸੀਂ ਜੀਵਨ ਦੇ ਵਿੱਚ ਹੀ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਸਕਦੇ ਜੀ। ਔਰ ਇਸ ਕੁਦਰਤ ਦੇ ਅੰਦਰ, ਕਿਉਂਕਿ ਸਾਡਾ ਜੀਵਨ ਕੁਦਰਤ ਦੇ ਅੰਦਰ ਹੈ। ਸੋ ਲੈਵਲ ਆਫ ਰਿਐਲਿਟੀਜ਼ ਜਸਪਾਲ ਜੀ, ਹੁਣ ਮੈਨੂੰ ਕੋਈ ਸਿੱਧਾ ਪੁੱਛੇ ਕਿ ਤੈਨੂੰ ਕਿਹਨੇ ਜਨਮ ਦਿੱਤਾ, ਕਿਸੇ ਨੂੰ ਤੁਹਾਨੂੰ ਕੋਈ ਪੁੱਛ ਲੈ ਤੁਹਾਨੂੰ ਕਿਹਨੇ ਜਨਮ ਦਿੱਤਾ, ਤੁਸੀਂ ਕਹਿ ਸਕਦੇ ਹੋ ਕਿ ਸਾਡੇ ਮਾਂ-ਬਾਪ ਨੇ ਜਨਮ ਦਿੱਤਾ ਜੀ। ਲੇਕਿਨ ਜਿਹੜੇ ਅਸੀਂ ਰਿਐਲਿਟੀ ਦੇ ਦੂਸਰੇ ਪੱਖ ਤੇ ਜਾਂਦੇ ਹਾਂ, ਤੁਸੀਂ ਕਹਿ ਸਕਦੇ ਹੋ ਕਿ ਸਾਨੂੰ ਇਸ ਧਰਤੀ ਨੇ ਜਨਮ ਦਿੱਤਾ ਜੀ।
ਇਸ ਧਰਤੀ, ਇਹ ਧਰਤੀ ਜਿਹੜੀ ਸਾਡੀ ਮਾਤਾ ਧਰਤ ਮਹਤ ਹੈ, ਦਿਵਸ ਰਾਤ ਤੋਂ ਇਦਾਂ ਹੀ ਦਾ ਹੈ ਜੀ। ਲੇਕਿਨ ਜਿਹੜੇ ਇਸ ਰਿਐਲਿਟੀ ਨੂੰ ਪਾਰ ਅਸੀਂ ਜਾਂਦੇ ਹਾਂ, ਅਸੀਂ ਕਹਿੰਦੇ ਕਿ ਨਹੀਂ, ਸਿਰਫ ਇਸ ਧਰਤੀ ਨੇ ਨਹੀਂ ਦਿੱਤਾ, ਬਲਕਿ ਇਹਦੇ ਪਿੱਛੇ ਸੂਰਜ ਵੀ ਹੈ ਜੀ, ਜਿਹੜਾ ਸਾਨੂੰ ਰੋਸ਼ਨੀ ਨਾ ਦਿੰਦਾ ਤੇ ਸਾਡਾ ਜਨਮ ਨਹੀਂ ਸੀ ਹੋਣਾ, ਇਸ ਧਰਤੀ ਤੇ ਜੀਵਨ ਨਹੀਂ ਸੀ ਹੋਣਾ। तो जिले ये रियलिटी लैवल्स ऑफ रियलिटी तो ਅਸੀਂ ਪਰੇ ਜਾਂਦੇ 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 ਪਿੱਛੇ ਜਾਂਦੇ ਆ, ਤੇ ਉਸਨੇ ਸਾਨੂੰ ਪ੍ਰਮਾਤਮਾ ਦੀ ਸਮਝ ਆਉਂਦੀ ਹੈ ਜੀ। ਉਸਨੇ ਪ੍ਰਮਾਤਮਾ ਦਾ ਅਨੁਭਵ ਮਹਾਰਾਜ ਨੇ ਕੀਤਾ ਕਿ ਸਾਰੇ ਸਮੁੱਚੇ ਸਿਸਟਮ ਆਫ ਨੇਚਰ ਜਿਹਨੂੰ ਇਹ ਕਹਿੰਦੇ ਚਲਾਉਣ ਦੇ ਪਿੱਛੇ ਅਗਰ ਕੋਈ ਹੈ ਸ਼ਕਤੀ ਤੇ ਉਹ ਹੈ ਕਰਤਾ ਇਹਦਾ ਜੀ, ਜਿਹਨੂੰ ਉਹਨਾਂ ਨੇ ਅਨੁਭਵ ਕੀਤਾ। ਆਖਰੀ ਸਵਾਲ ਲੈਣਾ ਤੁਹਾਡੇ ਕੋਲੋਂ ਕਿ ਜਿਵੇਂ ਲੋਕਾਂ ਦੇ ਘਰਾਂ ਦੇ ਵਿੱਚ ਆਮ ਹੀ ਕਰਕੇ ਕਲੇਸ਼ ਆ, ਲੋਕ ਦੁਖੀ ਨੇ ਕਈ ਗੱਲਾਂ ਕਰਕੇ, ਲੇਕਿਨ ਇੱਥੇ ਜਿਹੜੀ ਆਪਾਂ ਵਿਚਾਰ ਚਰਚਾ ਕਰ ਰਹੇ ਹਾਂ ਵੀ ਜਿਵੇਂ ਲੋਕ ਰੱਬ ਦੇ ਨਾਂ ਤੇ ਲੜਦੇ ਨੇ ਸੀ, ਤੇ ਜਿਹੜੀ ਆਪਾਂ ਵੀ ਵਿਚਾਰ ਚਰਚਾ ਕਰ ਰਹੇ ਹਾਂ ਇਹ ਵੀ ਇੱਕ ਤਰ੍ਹਾਂ ਦਾ ਰੱਬ ਦੇ ਨਾਂ ਦੇ ਉੱਪਰ ਕਲੇਸ਼ ਪਾਉਣ ਵਾਲੀ ਗੱਲ ਨਹੀਂ ਹੋਈ। ਦੇਖੋ ਸਰ, ਗੱਲ ਪਤਾ ਕੀ ਹੈ ਜੀ, ਇਹ ਬੇਸਿਕਲੀ ਨਾ ਸਾਹਿਬਾਨ ਨੂੰ ਲਾਅ ਆਫ ਨੇਚਰ ਦਾ ਔਰ ਕੁਦਰਤੀ ਨਿਯਮਾਂ ਦੇ ਵਿੱਚ ਫਰਕ ਦਾ ਪਤਾ ਨਹੀਂ ਜੀ। ਅਗਰ ਇਹ ਅਸੀਂ ਲੜਾਈ ਝਗੜੇ ਨੂੰ ਕਹਿ ਲਈਏ ਤੇ ਜਿਸ ਤਰੀਕੇ ਦੇ ਨਾਲ ਇਹ ਨੂੰ ਪੇਸ਼ ਕਰ ਰਹੇ ਨੇ, ਇਹ ਡਿਟਰਮਿਨਿਸਟਿਕ ਵਰਲਡ ਵਿਊ ਪੇਸ਼ ਕਰ ਰਹੇ ਨੇ ਜੀ, ਉਹਦੇ ਵਿੱਚ ਜਿਹੜਾ ਲੜਾਈ ਝਗੜਾ ਹੈ ਉਹ ਤੇ ਕੁਦਰਤ ਦੇ ਨਿਯਮ ਦੇ ਅੰਦਰ ਹੈ ਜੀ। ਹੁਣ ਤੁਸੀਂ ਦੱਸੋ, ਮੈਂ ਪਹਿਲਾ ਸਵਾਲ ਇਹਨਾਂ ਨੂੰ ਇੱਕ ਵਾਰੀ ਪੁੱਛਿਆ ਸੀ ਜਦੋਂ ਇਹਨਾਂ ਦਾ ਜਵਾਬ ਟਾਲ ਗਏ ਸੀ, ਕਿ ਮੈਂ ਉਹਨਾਂ ਨੂੰ ਇੱਕ ਸਿੰਪਲ ਸਵਾਲ ਕੀਤਾ ਸੀ ਕਿ ਕਿਆ ਇਸ ਸਮੁੱਚੇ ਨੇਚਰ ਆਫ ਸਿਸਟਮ ਦੇ ਅੰਦਰ ਕੋਈ ਚੀਜ਼ ਐਸੀ ਹੈ ਜਿਹੜੀ ਅਨਨੈਚੁਰਲ ਹੈ ਜੀ, ਜਿਹੜੀ ਕੁਦਰਤ ਦੇ ਬਾਹਰੋਂ ਆਈ ਹੈ ਕਿਤੋਂ। ਤੇ ਇਸ ਤੁਸੀਂ ਲੜਾਈ ਝਗੜੇ ਦੀ ਗੱਲ ਕਰਦੇ ਹੋ, ਲੜਾਈ ਝਗੜਾ ਇਨਸਾਨ ਦੀ ਫਿਤਰਤ ਦੇ ਵਿੱਚ ਜੀ, ਔਰ ਉਹਦੀ ਫਿਤਰਤ ਦੇ ਵਿੱਚ ਬਾਇਓਲੋਜੀਕਲੀ ਜੀ, ਕੁਦਰਤੀ ਨਿਯਮ ਦੇ ਵਿੱਚ ਹੈ। ਠੀਕ ਹੈ ਜੀ। ਤੁਹਾਡੇ ਅੰਦਰ ਜਿਹੜੀਆਂ ਵ੍ਰਿਤੀਆਂ ਨੇ, ਮੇਰੇ ਅੰਦਰ ਜਿਹੜੀਆਂ ਵ੍ਰਿਤੀਆਂ ਨੇ, ਕਿਉਂ ਹਨ? ਬਾਇਓਲੋਜੀਕਲੀ ਸਾਡੇ ਸਿਸਟਮ ਦੇ ਅੰਦਰ ਜੀ ਜੀ, ਨੈਚੁਰਲ ਸਿਸਟਮ ਦੇ ਅੰਦਰ ਲੜਾਈ ਝਗੜਾ। ਤੁਸੀਂ ਪਰਮਾਤਮਾ ਦੇ ਨਾਂ ਤੋਂ ਲੜ ਰਹੇ ਹੋ ਜਾਂ ਪਰਮਾਤਮਾ ਨਹੀਂ ਹੈ ਇਹਦੇ ਨਾਂ ਤੋਂ ਲੜ ਲਓ, ਇਨਸਾਨ ਦੀ ਵ੍ਰਿਤੀ ਹੈ ਲੜਨਾ। ਠੀਕ ਹੈ ਜੀ। ਜੋ ਅੱਜ ਰੱਬ ਨੂੰ ਪਿੱਛੇ ਤੁਸੀਂ ਕਰ ਰਹੇ ਹੋ, ਰੱਬ ਦਾ ਕੋਈ ਵਿਚਾਰ ਨਾ ਹੋਏ, ਇਨਸਾਨ ਕਿਸੇ ਹੋਰ ਗੱਲ ਤੋਂ ਲੜੇਗਾ। ਇਹ ਵੀ ਗੱਲ ਸਹੀ ਹੈ। ਮੀਆਂ ਬੀਵੀ ਦੀ ਲੜਾਈ ਨਾ ਹੋਏ, ਮਾਂ ਪੁੱਤਰ ਦੀ ਲੜਾਈ ਹੋਏਗੀ। ਮਾਂ ਪੁੱਤਰ ਦੀ ਲੜਾਈ ਨਾ ਹੋਏ, ਭੈਣ ਭਰਾ ਦੀ ਲੜਾਈ ਹੋਏਗੀ ਜੀ। ਭੈਣ ਭਰਾ ਦੀ ਲੜਾਈ ਨਾ ਹੋਏ, ਪੜੋਸੀਆਂ ਦੀ ਲੜਾਈ ਹੋਏਗੀ। ਪੜੋਸੀਆਂ ਦੀ ਨਹੀਂ, ਸ਼ਹਿਰਾਂ ਦੀ ਲੜਾਈ ਹੋਏਗੀ। ਸ਼ਹਿਰ ਨਹੀਂ, ਦੇਸ਼ਾਂ ਦੀ ਲੜਾਈ ਹੋਏਗੀ ਜੀ। ਸੋ ਇਹ ਜਿਹੜੀ ਲੜਨ ਦੀ ਵ੍ਰਿਤੀ ਹੈ, ਇਹ ਕਿਆ ਲਾਅ ਆਫ ਨੇਚਰ ਤੋਂ ਬਾਹਰ ਹੈ ਜੀ? ਇਹ ਲਾਅ ਆਫ ਨੇਚਰ ਦੇ ਵਿੱਚ ਹੈ। ਕਿਹੜੀ ਚੀਜ਼ ਹੈ ਜਿਹੜੀ ਲਾਅ ਆਫ ਨੇਚਰ ਤੋਂ ਬਾਹਰ ਹੈ ਜੀ? ਇਸ ਇਸ਼ੂ ਦੇ ਉੱਪਰ ਵੱਡੇ ਵੱਡੇ ਹਾਈਲੀ ਇੰਟੈਲੈਕਚੁਅਲ ਬ੍ਰੇਨਸ, not within the centuries, ਬਲਕਿ in thousands of years ਜੀ, ਉਹ ਬ੍ਰੇਨਸ ਇਸ ਗੱਲ ਦੇ ਉੱਪਰ ਮੱਥਾ ਪੱਚੀ ਕਰਦੇ ਨੇ ਕਿ ਇਹ ਸਭ ਕਿਉਂ ਹੈ। ਹੁਣ ਭੁਚਾਲ ਆਉਂਦਾ ਹੈ, ਭੁਚਾਲ ਦੇ ਵਿੱਚ ਇਤਨੀ ਪੀੜਾ ਔਰ ਇਤਨੀ ਉਹ ਇੱਕ ਟ੍ਰੈਜਡੀ ਉਤਪੰਨ ਕਰਕੇ ਜਾਂਦਾ। ਭੁਚਾਲ ਕੌਣ ਕਰਦਾ? ਕੁਦਰਤ ਕਰਦੀ ਹੈ। ਬਿਮਾਰੀ ਆਉਂਦੀ ਤੇ ਕਿੱਥੋਂ ਆਉਂਦੀ ਹੈ? ਕੁਦਰਤ ਕਰਦੀ ਹੈ। ਇਨਸਾਨ ਨੂੰ ਖਤਮ ਕੌਣ ਕਰਦਾ? ਕੁਦਰਤ ਜੀ। ਇਨਸਾਨ ਨੂੰ ਪੈਦਾ ਕੌਣ ਕਰਦਾ? ਕੁਦਰਤ। ਤੇ ਖਤਮ ਵੀ ਕੁਦਰਤ ਦੇ ਵਿੱਚ ਹੁੰਦਾ। ਤੇ ਜੇ ਇਹ ਅਸੀਂ ਮੈਥਡੋਲੋਜੀ ਇਹ ਲੈਣੀ ਹੈ ਜਿਹਨੂੰ ਪਦਾਰਥਵਾਦੀ ਮੈਥਡੋਲੋਜੀ ਕਹਿੰਦੇ, ਤੇ ਪਦਾਰਥਵਾਦੀਆਂ ਕੋਲ ਤਾਂ ਇਸ ਚੀਜ਼ ਦਾ ਜਵਾਬ ਹੀ ਨਹੀਂ ਹੈ ਨਾ। ਉਹ ਇਹ ਦੱਸ ਸਕਦੇ ਨੇ ਕਿ ਇਹ ਸਭ ਕਿਸ ਤਰ੍ਹਾਂ ਹੋ ਰਿਹਾ, ਉਹ ਇਹ ਨਹੀਂ ਦੱਸ ਸਕਦੇ ਕਿ ਇਹ ਸਭ ਕਿਉਂ ਹੋ ਰਿਹਾ ਜੀ। ਗੁਰਬਾਣੀ ਇਸ ਚੀਜ਼ ਨੂੰ ਐਡਰੈਸ ਕਰਦੀ ਹੈ ਕਿ ਸਭ ਕੁਝ ਕਿਉਂ ਹੋ ਰਿਹਾ ਹੈ ਜੀ। ਫਿਲਾਸਫੀ ਦਾ ਵਿਸ਼ਾ ਇਹ ਹੈ ਜੀ। ਭਾਈ ਇੱਕ ਸਵਾਲ ਤੇ ਆਏਗਾ ਨਾ, ਮਹਾਤਮਾ ਬੁੱਧ ਦੇ ਅੰਦਰ ਸਵਾਲ ਆਇਆ ਸੀ, ਉਹਨੂੰ ਤੇ ਬੜਾ ਸੋਹਣਾ ਸਮਾਜ ਦੇ ਦਿੱਤਾ ਉਹਦੇ ਪਿਤਾ ਨੇ ਜੀ। ਉਹਦੇ ਪਿਤਾ ਨੇ ਉਹਨੂੰ ਬਹੁਤ ਖੂਬਸੂਰਤ ਸਮਾਜ ਦੇ ਦਿੱਤਾ ਜਿਹਦੇ ਵਿੱਚ ਉਹਨੂੰ ਆਸ-ਪਾਸ ਕੋਈ ਦੁੱਖ ਦਿਖਾਈ ਨਹੀਂ ਸੀ ਦਿੰਦਾ। ਔਰ ਜਿੱਲੇ ਉਹਨੇ ਇੱਕ ਵਾਰੀ ਕਿਹਾ ਆਪਣੇ ਪਿਤਾ ਨੂੰ, ਮੈਂ ਨਗਰ ਦੇ ਵਿੱਚ ਜਾਣਾ ਚਾਹੁੰਦਾ, ਤੇ ਉਹਦੇ ਪਿਤਾ ਨੇ ਨਗਰ ਵਾਸੀਆਂ ਦੇ ਵਿੱਚ ਮੁਨਾਦੀ ਕਰਾਈ ਕਿ ਕੋਈ ਵੀ ਸ਼ਹਿਰ ਸਜਾ ਦਿਓ ਸਾਰਾ, ਕੋਈ ਵੀ ਦੁੱਖ ਕਲੇਸ਼ ਵਾਲੀ ਗੱਲ ਮੇਰੇ ਮੁੰਡੇ ਨੂੰ ਦਿਖਾਈ ਨਹੀਂ ਦੇਣੀ ਚਾਹੀਦੀ। ਉਹਨੂੰ ਸਮਾਜ ਬਹੁਤ ਸੋਹਣਾ ਨਜ਼ਰ ਆਉਣਾ ਚਾਹੀਦਾ ਜੀ। ਸਾਫ਼ ਸੁਥਰੀਆਂ ਸੜਕਾਂ ਨਜ਼ਰ ਆਉਣੀ ਚਾਹੀਦੀਆਂ, ਸਾਫ਼ ਸੁਥਰੇ ਘਰ ਨਜ਼ਰ ਆਉਣੇ ਚਾਹੀਦੇ ਨੇ, ਖੁਸ਼ ਬੰਦੇ ਨਜ਼ਰ ਆਉਣੇ ਚਾਹੀਦੇ ਨੇ, ਤੇ ਮੇਰੇ ਮੁੰਡੇ ਨੂੰ ਸਮਾਜ ਬਹੁਤ ਸੋਹਣਾ ਲੱਗੇ ਜੀ। ਲੇਕਿਨ ਰਿਐਲਿਟੀ ਨੂੰ ਜਸਪਾਲ ਜੀ ਕੌਣ ਛੁਪਾ ਸਕਦਾ? ਬਿਲਕੁਲ ਬਿਲਕੁਲ। ਇਸ ਸਮਾਜ ਦੀ ਕਰੂਪਤਾ, ਜਿਹੜੀ ਨੈਚੁਰਲ ਤਰੀਕੇ ਨਾਲ ਕਰੂਪਤਾ, ਨੂੰ ਕੋਈ ਨਹੀਂ ਛੁਪਾ ਸਕਦਾ ਜੀ। ਜਿਹਨਾਂ ਨੇ ਇੱਕ ਬਿਮਾਰ ਨੂੰ ਦੇਖਿਆ, ਇੱਕ ਮ੍ਰਿਤਕ ਨੂੰ ਦੇਖਿਆ,
ਤੇ ਉਹਦੇ ਮਨ ਵਿੱਚ ਇਹ ਸਵਾਲ ਨਹੀਂ ਉੱਠਿਆ ਕਿ ਇਹ ਮਰ ਕਿਉਂ ਗਿਆ ਜੀ, ਇਹ ਬਿਮਾਰ ਕਿਉਂ ਹੈ, ਇਹ ਮਤਲਬ ਕਿ ਕਿਸ ਤਰ੍ਹਾਂ ਬਿਮਾਰ ਹੋਇਆ, ਇਹ ਸਵਾਲ ਨਹੀਂ ਉੱਠਿਆ। ਉਹਦੇ ਜ਼ਿਹਨ ਦੇ ਵਿੱਚ ਸਵਾਲ ਆਇਆ ਕਿ ਇਸ ਦੁਨੀਆ ਦੇ ਵਿੱਚ ਸਭ ਕੁਝ ਕਿਉਂ ਹੈ। ਜੀ, ਤੁਸੀਂ ਸੁਨਾਮੀ ਲੈ ਲਓ, ਤੁਸੀਂ ਭੂਚਾਲ ਲੈ ਲਓ, ਤੁਸੀਂ ਹੈਜ਼ਾ ਲੈ ਲਓ, ਤੁਸੀਂ ਪਲੇਗ ਲੈ ਲਓ, ਲੱਖਾਂ ਦੇ ਲੱਖਾਂ ਕਰੋੜਾਂ ਦੇ ਕਰੋੜਾਂ ਲੋਕ ਜਿਹੜੇ ਨੇ ਇਹਨਾਂ ਬਿਮਾਰੀਆਂ ਨਾਲ ਮਰ ਗਏ। ਕੁਦਰਤ ਦੇ ਵਿੱਚ ਪੈਦਾ ਹੋਈਆਂ ਬਿਮਾਰੀਆਂ ਜੀ, ਕੁਦਰਤ ਦੇ ਨਿਜ਼ਾਮ ਦੇ ਅੰਦਰ ਪੈਦਾ ਹੋਈਆਂ ਬਿਮਾਰੀਆਂ ਜਿਨ੍ਹਾਂ ਨੇ ਸਮਾਜ ਉਜਾੜ ਦਿੱਤੇ। ਅੱਜ ਹੈਲਥ ਸੈਕਟਰ ਹੈ, ਹੈਲਥ ਸੈਕਟਰ ਦੇ ਵਿੱਚ ਖੋਜਾਂ ਜਿਸ ਪ੍ਰਕਾਰ ਨਾਲ ਹੁੰਦੀਆਂ, ਗ੍ਰਾਂਟਸ ਜਿਸ ਵਾਸਤੇ ਆਉਂਦੀਆਂ, ਖੋਜ ਕਾਰਜ ਕਿਸ ਵਾਸਤੇ ਕੀਤੇ ਜਾਂਦੇ ਨੇ, ਔਰ ਹੈਲਥ ਸੈਕਟਰ ਦੇ ਵਿੱਚ ਕਰਪਸ਼ਨ ਕਿੰਨੀ ਹੈ। ਕਦੇ ਤੁਸੀਂ ਇਹਦੇ ਵੱਲ ਝਾਤ ਮਾਰੋ ਤੇ ਬੰਦੇ ਦਾ ਦਿਮਾਗ ਖਰਾਬ ਹੋ ਜਾਂਦਾ। ਜੀ, ਸਹੀ ਗੱਲ ਹੈ। ਸੋ ਇਹ ਸਿਸਟਮ ਹੈ ਕਿ ਜਿੰਨੇ ਹਲਕੇ ਪੱਧਰ ਤੇ ਗੱਲਾਂ ਲੈ ਰਹੇ ਨਾ, ਇਹ ਬੱਚਿਆਂ ਵਾਲੀਆਂ ਗੱਲਾਂ ਕਰ ਰਹੇ। ਦੇ ਆਰ ਨਾਟ ਅਪਗ੍ਰੇਡ। ਜੀ, ਨਵੀਂ ਗੱਲਾਂ ਇੱਕ ਤੋਂ ਪਤਾ ਚੱਲ ਰਹੀਆਂ। 4 ਫੰਡਾਮੈਂਟਲ ਫੋਰਸਿਸ, ਇੱਕ ਇਹ ਦਿਮਾਗ 'ਚ ਨਾ ਆ ਗਿਆ, ਓਹੋ ਤੂਫਾਨ ਮਚ ਗਿਆ, ਬੜਾ ਵੱਡਾ ਨਾਂ ਸਾਡੇ ਦਿਮਾਗ 'ਚ ਆ ਗਿਆ। 4 ਫੰਡਾਮੈਂਟਲ ਫੋਰਸਿਸ ਪੜ੍ਹ ਲਿਆ ਕਿਤੇ, ਇਹ ਸਮਝ ਲਿਆ ਵੀ ਸਾਨੂੰ ਰੱਬ ਦਾ। ਜੀ, ਅਸੀਂ ਰੱਬ ਨੂੰ ਹੁਣ ਐਕਸਪਲੇਨ ਕਰਦੇ ਹਾਂ। ਵੱਡੇ ਸਾਇੰਟਿਸਟ ਜਿਹੜੇ ਨੇ, ਤੁਸੀਂ ਕਿਸੇ ਵੀ ਸਾਇੰਟਿਸਟ ਨੂੰ ਲੈ ਲਓ ਜੀ, ਉਹ ਆਪਣੀ ਭਾਵਨਾ ਦੇ ਵਿੱਚ, ਆਪਣੇ ਵਿਚਾਰਾਂ ਦੇ ਅਨੁਸਾਰ ਉਹ ਕਹੇਗਾ ਕਿ ਕੋਈ ਕਹਿ ਸਕਦਾ ਕਿ ਮੈਂ ਰੱਬ ਨੂੰ ਨਹੀਂ ਮੰਨਦਾ, ਲੇਕਿਨ ਕਦੇ ਤੁਸੀਂ ਉਹਨੂੰ ਸਵਾਲ ਪੁੱਛੋਗੇ ਨਾ ਕਿ ਕਿਆ ਰੱਬ ਇਸ ਬ੍ਰਹਮਾਂਡ ਨੂੰ ਕ੍ਰੀਏਟ ਕਰਨ ਦੇ ਪਿੱਛੇ ਕੋਈ ਸ਼ਕਤੀ ਨਹੀਂ ਹੈ, ਉਹ ਇਹ ਕਹੇਗਾ ਕਿ ਬਈ ਮੈਨੂੰ ਨਹੀਂ ਪਤਾ। ਉਹ ਕਿਉਂ ਕਹੇਗਾ? ਉਹ ਇਸ ਵਾਸਤੇ ਕਹੇਗਾ ਕਿ ਉਹਨੂੰ ਪਤਾ ਹੈ ਕਿ ਜਿਹੜੀ ਮੇਰੀ ਇਹ ਸਟੇਟਮੈਂਟ ਹੈ ਇਹਨੂੰ ਮੈਂ ਲੈਬੋਰਟਰੀ 'ਚ ਪ੍ਰੂਵ ਨਹੀਂ ਕਰ ਸਕਦਾ। ਜੀ, ਸਹੀ ਗੱਲ ਹੈ। ਜਿਹੜੀ ਚੀਜ਼ ਸਾਇੰਟਿਸਟ ਲੈਬੋਰਟਰੀ ਵਿੱਚ ਪ੍ਰੂਵ ਨਾ ਕਰ ਸਕੇ ਜੀ, ਉਹਨੂੰ ਸਾਇੰਟਿਫਿਕ ਚੀਜ਼ ਨਹੀਂ ਕਿਹਾ ਜਾਂਦਾ। ਇਹਨਾਂ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਇੰਨੀ ਗੱਲ ਸਮਝ ਲੈਣ, ਪੱਲੇ ਬੰਨ ਲੈਣ ਕਿ ਸਾਇੰਟਿਫਿਕ ਚੀਜ਼ ਸਿਰਫ ਉਹ ਹੁੰਦੀ ਹੈ ਜਿਹੜੀ ਲੈਬੋਰਟਰੀ ਦੇ ਵਿੱਚ ਪ੍ਰੂਵ ਕੀਤੀ ਜਾ ਸਕੇ, ਜਿਹਦਾ ਐਕਸਪੈਰੀਮੈਂਟੇਸ਼ਨ ਦੇ ਵਿੱਚ ਜਿਹਨੂੰ ਪ੍ਰੂਫ ਕੀਤਾ ਜਾ ਸਕੇ। ਇਸ ਪੂਰੇ ਬ੍ਰਹਮੰਡ ਨੂੰ ਬਣਾਉਣ ਦੇ ਪਿੱਛੇ ਕੋਈ ਸ਼ਕਤੀ ਨਹੀਂ ਹੈ, ਇਹ ਕਿਸੇ ਵੀ ਸਾਇੰਸ ਦੀ ਲੈਬੋਰਟਰੀ ਵਿੱਚ ਪ੍ਰੂਵ ਨਹੀਂ ਹੋਇਆ। ਜੀ, ਇਹ ਸਿਰਫ ਸਾਇੰਟਿਸਟਾਂ ਦੇ ਆਪਣੇ ਅਨੁਭਵ ਹਨ, ਆਪਣੀ ਸੋਚ ਹੈ। ਠੀਕ ਹੈ ਜੀ, ਠੀਕ ਹੈ ਨਾ। ਸੋ ਇਹ ਗੱਲ ਹੈ ਕਿ ਮੈਂ ਅਗਲੀ ਵਿਚਾਰਾਂ ਦੀ ਵੀ ਸਾਂਝ ਪਾਵਾਂਗੇ ਜਿਹੜੇ ਅੱਗੇ ਚਲੇਗੀ ਕੈਸਟ, ਤੇ ਮੇਰੇ ਖਿਆਲ ਇਸ ਐਪੀਸੋਡ ਬਸ ਇੰਨਾ ਕਾਫੀ ਹੈ ਜੀ। ਤੇ ਇਹਦੇ ਬਾਅਦ ਜਿਸ ਤਰ੍ਹਾਂ ਤੁਸੀਂ ਮੁਨਾਸਬ ਸਮਝੋ, ਅਸੀਂ ਉਹਦਾ ਆਪਾਂ ਦਰਸ਼ਕਾਂ ਨਾਲ ਰੂਬਰੂ ਹੋ ਜਾਵਾਂਗੇ। ਪਿਛਲੀ ਵਾਰ ਵੀ ਕੋਈ ਸਿੰਘ ਆਏ ਸੀ, ਉਹਨਾਂ ਦੇ ਵਿੱਚੋਂ ਬਾਕੀ ਤਾਂ ਤਕਰੀਬਨ ਸਾਰੇ ਠੀਕ ਸੀ, ਵਧੀਆ ਗੱਲਬਾਤ ਵੀ ਚੱਲ ਰਹੀ ਸੀ, ਪਰ ਇੱਕ ਸੱਜਣ ਸੀ ਜਿਹੜੇ ਜ਼ਿਆਦਾ ਹੀ ਅਗਰੈਸਿਵਨੈਸ ਉਹਨਾਂ ਨੇ ਦਿਖਾਈ ਔਰ ਸਹੀ ਨਹੀਂ ਲੱਗਿਆ ਉਹਨਾਂ ਦਾ ਜਿਹੜਾ ਬਿਹੇਵ ਸੀ। ਤੇ ਉਸ ਉਮਰ ਦੇ ਲਿਹਾਜ਼ ਨਾਲ ਉਹਨਾਂ ਨੂੰ ਇਸ ਤਰੀਕੇ ਨਾਲ ਪੇਸ਼ ਨਹੀਂ ਸੀ ਹੋਣਾ ਚਾਹੀਦਾ। ਗੱਲਬਾਤ ਵਧੀਆ ਤਰੀਕੇ ਨਾਲ ਹੋ ਸਕਦੀ ਸੀ, ਪਰ ਉਹਨਾਂ ਨੇ ਸਾਰਾ ਕੁਝ ਡੀਰੇਲ ਕੀਤਾ। ਸੋ ਬੇਨਤੀ ਹੈ ਕਿ ਅਸੀਂ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਅਸੀਂ ਕਿਸੇ ਨੂੰ ਇਨਵਾਈਟ ਨਹੀਂ ਕਰਨਾ ਜਾਂ ਕੁਝ ਵੀ ਇਹੋ ਜਿਹੀ ਗੱਲ ਨਹੀਂ, ਓਪਨ ਅਸੀਂ ਕਹਿ ਰਹੇ ਹਾਂ, ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਨੇ ਵੀ ਇਸ ਮੁੱਦੇ ਦੇ ਉੱਪਰ ਗੱਲਬਾਤ ਕਰਨੀ ਆ, ਹਰਦੇਵ ਸਿੰਘ ਨੂੰ ਕੋਈ ਲਾਈਵ ਸਵਾਲ ਪੁੱਛਣੇ ਨੇ ਤਾਂ ਸਾਡੇ ਨਾਲ ਕੰਟੈਕਟ ਕਰ ਲੈਣ। ਅਗਲੀ ਵਾਰ ਉਹ ਇਸ ਡਿਬੇਟ ਦਾ ਹਿੱਸਾ ਬਣ ਸਕਦੇ ਨੇ, ਪਰ ਬਣਨ ਇੱਕ ਹਰ ਇੱਕ ਚੀਜ਼ ਦਾ ਸਲੀਕਾ ਹੁੰਦਾ। ਜਿਵੇਂ ਆਪਾਂ ਘਰਾਂ ਦੇ ਵਿੱਚ ਬੈਠ ਕੇ ਵੀ ਗੱਲਬਾਤ ਕਰਦੇ ਹਾਂ, ਬੱਚੇ, ਮਾਂ ਪਿਓ, ਭੈਣ ਭਰਾ ਸਾਰੇ ਕਰਦੇ ਨੇ। ਸੋ ਉਸ ਲਹਿਜੇ ਦੇ ਵਿੱਚ, ਉਸ ਤਮੀਜ਼ ਦੇ ਨਾਲ ਗੱਲਬਾਤ ਕੀਤੀ ਜਾਵੇ ਤਾਂ ਗੱਲਬਾਤ ਕਰਨ ਦਾ ਜਿਹੜਾ ਮਾਹੌਲ ਹੈ ਬੜਾ ਵਧੀਆ, ਰਿਸਪੈਕਟਫੁਲ ਹੀ ਲੱਗਦਾ। ਇੱਥੇ ਕੋਈ ਕਿਸੇ ਨੇ ਜਿੱਤ ਹਾਰ ਕੇ ਨਹੀਂ ਜਾਣਾ। ਆਪਾਂ ਡਿਸਾਈਡ ਕੀਤਾ ਸੀ ਜੀ, ਆਪਾਂ ਡਿਸਾਈਡ ਕੀਤਾ ਸੀ ਕਿ ਵੀ ਜਿੰਨੇ ਮਿੰਟ ਉਹ ਲੈਣਗੇ ਉਨੇ ਮਿੰਟ ਮੈਨੂੰ ਮਿਲਣਗੇ ਜੀ। ਉਹ ਆਪ ਤੇ 10 ਮਿੰਟ ਲਾ ਕੇ ਤੇ ਜਿਹੜੇ ਮੈਂ ਬੋਲ ਲੱਗਦਾ ਸੀ ਤੇ ਵਿੱਚ ਆ ਜਾਂਦੇ ਸੀ। ਜੀ। ਸੋ ਇਹ ਹੈ ਕਿ ਜਾਂ ਤੇ ਉਹ ਅਗਲੀ ਵਾਰੀ ਕਦੇ ਐਸੇ ਸੱਜਣ ਨਾਲ ਵਿਚਾਰ ਆਏ, ਉਹਨੂੰ ਆਪਾਂ ਇਹਦਾ ਕਹਿ ਦਈਏ ਵੀ ਲੈ ਇਹ 2 ਮਿੰਟ ਬਸ ਤੁਸੀਂ ਬੋਲੋ, ਫਿਰ 2 ਮਿੰਟ ਬਸ ਮੈਂ ਜਵਾਬ ਦੇ, ਫਿਰ 2 ਮਿੰਟ ਆਪਣੇ ਪੂਰੇ ਕਰਨ, ਫਿਰ 2 ਮਿੰਟ ਅਸੀਂ ਜਵਾਬ ਦੇ। ਜਿਹੜੇ ਸਵਾਲ ਜਵਾਬ ਹੋਣਗੇ ਉਹਨਾਂ ਲਈ ਆਪਾਂ ਪ੍ਰੋਗਰਾਮ ਇੱਕ ਸੈਪਰੇਟ ਕਰ ਦਿੰਦੇ ਆ। ਇਹ ਆਪਣਾ ਕੰਟੀਨਿਊ ਇਦਾਂ ਹੀ ਚੱਲੇਗਾ ਜਦ ਤੱਕ ਇਹਨਾਂ ਦੀ ਜਿਹੜੀ ਪੂਰੀ ਆਪਣੀ ਜਿਹੜੀ ਕੈਸੇਟ ਹੈ ਆਡੀਓ ਨਹੀਂ ਪੂਰੀ ਹੁੰਦੀ। ਤੁਸੀਂ ਉਹ ਪਿਛਲਾ ਪ੍ਰੋਗਰਾਮ ਵੀ ਇਸ ਤੋਂ ਬਾਅਦ ਪਾ ਦੇਣਾ ਚਾਹੇ, ਠੀਕ ਹੈ ਜੀ, ਉਹ ਪਤਾ ਚੱਲੇ ਲੋਕਾਂ ਨੂੰ, ਸੱਜਣਾ ਨੂੰ, ਭਾਈ ਕਿਸ ਤਰ੍ਹਾਂ ਦੀ ਵਿਚਾਰ ਹੋਈ, ਕੀ ਹੋਇਆ, ਔਰ ਲੋਕ ਕਿਸ ਤਰ੍ਹਾਂ ਦੇ ਵਿਚਾਰ ਕਰਨ ਆਉਂਦੇ। ਠੀਕ ਹੈ ਜੀ, ਚਲੋ ਪਾ ਦਾਂਗੇ। ਮੈਂ ਜਰਾ ਕੋਈ ਰੋਲਾ ਜ਼ਿਆਦਾ ਪੈ ਗਿਆ ਸੀ, ਇਸ ਕਰਕੇ ਮੈਂ ਪਰਹੇਜ਼ ਕੀਤਾ ਵੀ ਸਹੀ ਨਹੀਂ ਲੱਗਦੀ ਉਹ ਚੀਜ਼ ਏਦਾਂ ਕਰਨੀ। ਰੋਲਾ ਫਿਰ ਦੇਖੋ, ਜਿਹਨੇ ਰੋਲਾ ਪਾਇਆ ਉਹ ਫਿਰ ਦੁਨੀਆ ਦੇਖੇਗੀ ਵੀ, ਦੁਨੀਆ ਨੂੰ ਦੇਖਣਾ ਵੀ ਚਾਹੀਦਾ ਨਾ ਜੀ। ਰੋਲਾ ਕਿਸ ਤਰ੍ਹਾਂ ਪਾਉਂਦੇ ਲੋਕ ਜੀ ਵਿਚਾਰ ਕਰਨ ਦੇ ਨਾਮ ਪਰ। ਬਿਲਕੁਲ ਇੱਕ ਪਿਆਰ ਨਾਲ, ਕਿਉਂਕਿ ਇੱਥੇ ਜਿੱਤ ਹਾਰ ਤਾਂ ਕਿਸੇ ਦੀ ਹੈ ਨਹੀਂ ਹੈ। ਮਸਲਾ ਗੁਰੂ ਗ੍ਰੰਥ ਸਾਹਿਬ ਦਾ ਬੈਠੇ ਨਹੀਂ ਹੈ ਜੀ। ਈਵਨ ਮੈਂ ਵਿਰੋਧ ਸ਼ਬਦ ਵੀ ਨਹੀਂ ਵਰਤਦਾ ਜੀ। ਮੈਂ ਤੇ ਇੱਕ ਦੇਖੋ, ਪਿਛਲੀ ਅਸੀਂ ਸ਼ੁਰੂ ਕੀਤੀ ਸੀ ਲੜੀ, ਉਹਦੇ ਵਿੱਚ ਮੈਂ ਕਿਹਾ ਵਿਰੋਧ ਨਹੀਂ, ਇੱਕ ਡਿਸਐਗਰੀਮੈਂਟ ਹੈ, ਅਸਹਿਮਤੀ।
ਆਪਾਂ ਵਿਰੋਧ ਵੀ ਨੂੰ ਕੀ ਵਿਰੋਧੀ ਵੀ ਕਰਦੇ ਹਾਂ ਅਸੀਂ। ਬਿਲਕੁਲ ਸਹੀ ਗੱਲ। ਇੱਕ ਡਿਸਐਗਰੀਮੈਂਟ ਹੈ ਵਿਚਾਰਾਂ ਦਾ, ਇੱਕ ਚੀਜ਼ ਹੈ, ਕਾਮਨ ਚੀਜ਼ ਹੈ ਜਿਹਨੂੰ ਅਸੀਂ ਡਿਸਕਸ ਕਰਦੇ। ਜਿਹੜੇ ਨਹੀਂ ਕਿਸੇ ਕੋਈ ਮਨ 'ਚ ਕੋਈ ਸ਼ੰਕਾ ਕੋਈ ਸਵਾਲ ਆਇਆ ਤਾਂ ਉਹ ਇੱਕ ਦੂਜੇ ਨਾਲ ਕਲੀਅਰ ਕਰਨਾ ਚਾਹੀਦਾ ਹੈ। ਉਹਦੇ 'ਚ ਇਤਰਾਜ਼ ਕੀ ਹੈ ਵੀ ਕਿਸੇ ਨਾਲ ਲੜੋ ਜਾਂ ਉੱਚੀ ਆਵਾਜ਼ ਕਰਕੇ ਗੱਲ ਕਰੋ। ਇਹ ਨਹੀਂ ਪੜ੍ਹੇ ਲਿਖੇ ਸਮਾਜ ਦੇ ਵਿੱਚ ਜੇ ਸੋਹਣਾ ਸਮਾਜ ਬਣਾਉਣ ਦੀਆਂ ਗੱਲਾਂ ਕਰਦੇ ਆ ਤਾਂ ਸੋਹਣੇ ਸਮਾਜ ਦੇ ਵਿੱਚ ਇੱਕ ਪੱਖ ਇਹ ਵੀ ਹੈ ਕਿ ਤਮੀਜ਼ ਨਾਲ ਗੱਲ ਕੀਤੀ ਜਾਵੇ, ਹਰ ਇੱਕ ਨੂੰ ਰਿਸਪੈਕਟ ਦਿੱਤੀ ਜਾਵੇ। ਜਿਹੜੇ ਵੀਰ ਜੀ ਸੋਹਣਾ ਸਮਾਜ ਬਣਾਉਣ ਦੀ ਗੱਲ ਕਰ ਰਹੇ ਨੇ ਸਿੱਖਾਂ ਦੇ ਵਿੱਚ ਜੀ, ਉਹ ਤੇ ਸਿੱਖਾਂ ਨੂੰ ਇੱਕ ਸਿੱਖਾਂ ਦੇ ਵਿੱਚ ਸਹੀ ਡਾਇਲੌਗ ਦੀ ਪਰੰਪਰਾ ਨੂੰ ਨਹੀਂ ਐਸਟੈਬਲਿਸ਼ ਕਰ ਪਾ ਰਹੇ। ਸੋਹਰਾ ਸਮਾਜ ਕੀ ਬਣਾਉਣਗੇ? ਜੀ ਜੀ ਜੀ, ਗਾਲੀ ਗਲੋਚ ਕਰਦੇ ਨੇ, ਪੁਰਸ਼ਾਗਰਦੀ ਕਰਦੇ ਨੇ, ਗਾਲਾਂ ਕੱਢਦੇ ਨੇ, ਉਹ ਬਣਾਉਣਗੇ ਸੋਹਣਾ ਸਮਾਜ? ਪਹਿਲੇ ਤਾਂ ਉਹਨਾਂ ਨੂੰ ਆਪਣੇ ਗਿਰੇਬਾਨੀ ਝਾਕਣਾ ਚਾਹੀਦਾ। ਸਿੱਖਾਂ ਨੂੰ ਡਿਵਾਈਡ ਕਰਕੇ ਤੇ ਕਹਿੰਦੇ ਮਨੁੱਖੀ ਏਕਤਾ ਅਸੀਂ ਕਰਾਂਗੇ, ਸਾਰੇ ਮਨੁੱਖਾਂ ਨੂੰ ਕਲਾਵੇ 'ਚ ਲਵਾਂਗੇ। ਸਿੱਖ ਕਲਾਵੇ 'ਚੋਂ ਬਾਹਰ ਕੱਢਦੇ ਸਾਰੇ, ਇੱਕ ਦੂਜੇ ਨਾਲ ਮੱਥਾ ਮਾਰ ਰਹੇ। ਉਹ ਉਸ ਕੰਮ ਲਾਤੇ ਬਈ ਇੱਕ ਦੂਜੇ ਨਾਲ ਮੱਥਾ ਮਾਰੀ ਆ ਫੇਸਬੁੱਕ ਤੇ। ਸਿੱਖਾਂ ਨੂੰ ਤਾਂ ਉਹ ਸਮਝਦੇ ਆ ਵੀ ਜਿਵੇਂ ਕੋਈ ਨਰਸਰੀ 'ਚ ਪੜ੍ਹਦੇ ਬੱਚੇ ਨੇ, ਇਹਨਾਂ ਨੂੰ ਕੱਖ ਨਹੀਂ ਪਤਾ ਔਰ ਅਸੀਂ PhDਆਂ ਕੀਤੀਆਂ ਹੋਈਆਂ ਨੇ। ਲੋ ਜੀ, ਵਾਟਰ ਆਫ ਸਾਈਕਲ ਜਿਹੜਾ ਉਹ ਅਸੀਂ ਸਿੱਖਾਂ ਨੂੰ ਪੜ੍ਹਾ ਰਹੇ ਨੇ। ਵਾਟਰ ਆਫ ਸਾਈਕਲ, ਸਾਈਕਲ ਆਫ ਵਾਟਰ, ਸਾਈਕਲ ਆਫ ਵਾਟਰ ਪੜ੍ਹਾ ਰਹੇ ਸਿੱਖਾਂ ਨੂੰ। ਸਿੱਖਾਂ ਨੂੰ ਅੱਜ ਤੱਕ ਪਤਾ ਨਹੀਂ ਚੱਲਿਆ ਬਾਰਿਸ਼ ਕਿਸ ਤਰ੍ਹਾਂ ਹੁੰਦੀ ਹੈ, ਇਹ ਵਿਚਾਰੇ ਸਮਝਾ ਰਹੇ ਨੇ। ਜੀ ਜੀ ਜੀ, ਸਿੱਖਾਂ ਨੂੰ ਇਹ ਨਹੀਂ ਪਤਾ ਚੱਲਿਆ ਹਵਾ ਕਿਸ ਤਰ੍ਹਾਂ ਚੱਲਦੀ ਹੈ, ਇਹ ਵਿਚਾਰੇ ਸਮਝਾ ਰਹੇ ਨੇ। ਦਰਅਸਲ ਇਹਨਾਂ ਨੂੰ ਆਪ ਪਹਿਲੀ ਵਾਰੀ ਪਤਾ ਚੱਲਿਆ। ਹਾਂਜੀ, ਇਹ ਨਵੇਂ ਜਿਵੇਂ ਕਹਿ ਲਓ ਵੀ ਆਇਨਸਟਾਈਨ ਬਣੇ ਹੋਏ ਨੇ ਨਵੇਂ। ਕਿਸੇ ਦੇ ਅੰਦਰ ਕੋਈ ਰੂਹ ਨਹੀਂ, ਆਤਮਾ ਆ ਜਾਂਦੀ, ਸ਼ਾਇਦ ਉਹ ਕੋਈ ਆਤਮਾ ਕਿਸੇ ਵਿਗਿਆਨੀ ਦੀ ਆ ਗਈ ਇਹਨਾਂ ਦੇ ਅੰਦਰ। ਆਹੋ, ਕਿਸੇ ਫਲॉप ਵਿਗਿਆਨੀ ਦੀ। ਹਾਂਜੀ, ਠੀਕ ਹੈ ਸਰ, ਮਿਹਰਬਾਨੀ ਤੁਹਾਡੀ। ਔਰ ਬੇਨਤੀ ਹੈ ਸਾਰਿਆਂ ਨੂੰ ਕਿ ਜਿੰਨੇ ਵੀ ਡਿਬੇਟ ਕਰਨੀ ਹੈ ਉਹ ਰਿਸਪੈਕਟਫੁਲੀ ਇੱਕ ਦੂਜੇ ਦਾ ਮਾਣ ਮਰਿਆਦਾ ਰੱਖ ਕੇ ਆਵੇ, ਗੱਲਬਾਤ ਕਰੇ, ਕੋਈ ਰੋਕ ਟੋਕ ਨਹੀਂ ਹੁੰਦੀ ਕਿਸੇ ਨੂੰ। ਤੇ ਸਰ ਤੁਹਾਡਾ ਧੰਨਵਾਦ। ਆਪਾਂ ਜਲਦੀ ਫਿਰ ਤੀਸਰਾ ਇਹਦਾ ਪਾਰਟ ਇਸ ਗੱਲਬਾਤ ਦਾ ਵਿਚਾਰ ਚਰਚਾ ਦਾ ਸ਼ੁਰੂ ਕਰਦੇ ਹਾਂ। ਮਿਹਰਬਾਨੀ ਸਰ ਤੁਹਾਡੀ। ਠੀਕ ਹੈ ਜੀ, ਸਤਿ ਸ੍ਰੀ ਅਕਾਲ। ਇਸ ਚਰਚਾ ਦੇ ਦੌਰਾਨ ਕੋਈ ਭੁੱਲ ਚੁੱਕ ਲਈ ਮੈਂ क्षमा याचक होगा। वाहिगुरू जी का खालसा, वाहिगुरू जी की फतेह।